ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਰ, ਕਿਉ ਕੂੜੈ ਟੁੱਟੈ ਪਾਰ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਜਪਜੀ ਸਾਹਿਬ ਦੀ ਸ਼ੁਰੂ ਤੋਂ ਵਿਚਾਰ ਸਮਝਣ ਦਾ ਯਤਨ ਕਰ ਰਹੇ ਹਾਂ। ਉਹਦੇ ਵਿੱਚ ਅੱਜ ਲੜੀ ਵਿੱਚ ਸਾਡੀ 7 ਪੌੜੀਆਂ ਹੋ ਚੁੱਕੀਆਂ ਹਨ। ਅਸੀਂ 8ਵੀਂ ਪੌੜੀ ਸਮਝਣ ਦਾ ਯਤਨ ਕਰਾਂਗੇ, ਨਾਲ ਥੋੜ੍ਹਾ ਜਿਹਾ ਰੀਕੈਪ ਕਰਾਂਗੇ। ਜਿਸ ਆਸ਼ੇ ਨੂੰ ਲੈ ਕੇ ਅਸੀਂ ਟੁਰੇ ਹਾਂ, ਉਹ ਆਸ਼ਾ ਸਾਡੇ ਮਨ ਦਾ ਖਿਆਲ ਨਹੀਂ ਸੀ। ਗੁਰੂ ਪਾਤਸ਼ਾਹ ਇੱਕ ਬੜੇ ਸੋਹਣੇ ਢੰਗ ਦੇ ਨਾਲ ਮੈਨੂੰ ਸੋਚਣ 'ਤੇ ਮਜਬੂਰ ਕਰ ਰਹੇ ਨੇ ਔਰ ਮੇਰੀ ਓਪੀਨੀਅਨ ਬਣਾ ਰਹੇ ਨੇ ਕਿ ਤੂੰ ਇਹ ਵਾਲੀ ਖਾਹਿਸ਼ ਕਰ। ਅਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਉਹ ਖਾਹਿਸ਼ ਬਣਾਉਣ ਵਾਸਤੇ ਇੱਕ ਸਵਾਲ ਬਣਾ ਰਹੇ ਨੇ, ਕਿਉ ਸਚਿਆਰਾ ਹੋਈ ਹੈ। ਕਾਸ਼ ਸਾਡੀ ਇਹ ਡਿਜ਼ਾਇਰ ਹੋਵੇ। ਇਸ ਪੱਖੋਂ ਅਸੀਂ ਇਹ ਵਾਲਾ ਸਵਾਲ ਅਤੇ ਇਸ ਦਾ ਉੱਤਰ ਜਿਹੜਾ ਨਾਲ ਹੀ ਹੈ ਪਹਿਲੀ ਪੌੜੀ 'ਚ, ਅਤੇ ਉਸ ਉੱਤਰ ਦਾ, ਉਸ ਆਨਸਰ ਦਾ ਵਿਸਥਾਰ ਜਿਹੜਾ 38 ਪੌੜੀਆਂ 'ਚ ਹੈ, ਅਸੀਂ ਇਸ ਪਹਿਲੀ ਪੌੜੀ ਵਾਲੇ, ਇਸ ਖਾਹਿਸ਼ ਰੱਖਣ ਵਾਲੇ, ਇਸ ਤੀਬਰਤਾਂਗ ਵਾਲੇ ਮਨ ਦਾ ਨਾਂ ਰੱਖ ਰਹੇ ਹਾਂ ਵਿਰਲਾ ਮਨ। ਜੋ ਸਾਡੀ ਸਚਿਆਰਾ ਕਿਵੇਂ ਬਣੀ ਹੈ ਪੁਸਤਕ ਵਿੱਚ ਅਸੀਂ ਇਹਦਾ ਨਾਂ ਰੱਖਿਆ ਵਿਰਲਾ ਮਨ ਕੋਏ। ਵਿਰਲਾ ਬਣਨ ਦੀ ਤਾਂਗ ਰੱਖਣ ਵਾਲਾ ਮਨ। ਮੈਂ ਵਿਰਲਾ ਬਣਨਾ ਚਾਹੁੰਦਾ। ਉਸ ਦਾ ਸਵਾਲ ਲੈ ਕੇ ਚੱਲਾਂਗੇ। ਇਹ ਖਾਹਿਸ਼ ਪੈਦਾ ਤੇ ਹੋਏ ਕਿਉਂਕਿ ਅਸੀਂ ਬਹੁਤ ਵਾਰੀ ਇਹ ਸੁਣ ਲਿਆ ਹੈ ਕਿ ਇੱਕ ਸ਼ਹਿਰ ਅੰਦਰ ਲੱਖਾਂ ਬੰਦੇ ਹੋਣ ਤੇ ਕੋਈ ਇੱਕ ਅੱਧ ਵਿਰਲਾ ਬਣਦਾ ਹੈ। ਇੱਕ ਕੰਟਰੀ ਅੰਦਰ ਕਰੋੜਾਂ ਬੰਦੇ ਹੋਣ ਤੇ ਕੋਈ ਇੱਕ ਅੱਧ ਵਿਰਲਾ ਬਣਦਾ ਹੈ। ਅਸੀਂ ਇਹ ਸੁਣਿਆ ਤੇ ਮੈਨੂੰ ਇੰਝ ਸਮਝ ਆਉਂਦੀ ਹੈ ਜੇ ਇੰਝ ਪੁੱਟਅਪ ਕਰੀਏ ਕਿ ਵੀ ਕੋਈ ਇੱਕ ਅੱਧ ਵਿਰਲਾ ਬਣਦਾ ਹੈ ਤੇ ਫਿਰ ਉਹ ਇੰਝ ਲੱਗਦਾ ਵੀ ਮੈਂ ਤੇ ਉਹ ਹੈ ਨਹੀਂ। ਕੋਈ ਹੋਏਗਾ ਵਿਰਲਾ, ਉਹ ਵਿਰਲਾ ਕੋਈ ਬ੍ਰਹਮ ਗਿਆਨੀ ਜੀ ਹੋਣਗੇ, ਕੋਈ ਪਹੁੰਚੇ ਹੋਏ ਗੁਰਮੁਖ ਹੋਣਗੇ। ਇਹ ਕਹਿ ਕੇ ਅੰਦਰੋਂ ਖਾਹਿਸ਼ ਹੀ ਨਹੀਂ ਉੱਠਦੀ ਕਿ ਦੈਟ ਆਈ ਕੈਨ ਕੁਆਲੀਫਾਈ ਆਲਸੋ। ਰਾਦਰ ਮੈਂ ਹੋਰ ਮਾਈਨਸ ਵਿੱਚ ਟੈ ਪੈਂਦਾ। ਮੈਥਮੈਟਿਕਸ ਵਿੱਚ ਪੜ੍ਹਦੇ ਹਾਂ 0 ਤੋਂ ਉੱਪਰ ਪਲੱਸ 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 ਹੁੰਦਾ ਹੈ ਔਰ ਪਲੱਸ ਤੋਂ ਥੱਲੇ 1 ਤੋਂ ਆ ਕੇ 0 'ਤੇ ਜਦੋਂ ਖੜ੍ਹੇ ਹੋਵੋ ਇਸ ਤੋਂ ਥੱਲੇ ਮਾਈਨਸ 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 ਹੁੰਦਾ। ਮੈਂ ਹੋਰ ਮਾਈਨਸ ਟੈ ਪਿਆ ਇਹ ਕਹਿ ਕੇ ਅਸੀਂ ਤਾਂ ਦੁਨਿਆਵੀ ਜੀਵ ਹਾਂ। ਉਹ ਜੀ ਅਸੀਂ ਤਾਂ ਦੁਨਿਆਵੀ ਜੀਵ ਹਾਂ। ਜਿਹੜੇ ਇਸ ਬਾਣੀ 'ਤੇ ਜੀਵੇ ਹੋ ਤੇ ਗੁਰੂ ਸਾਹਿਬ ਸੀ। ਇਹ ਕਹਿ ਕੇ ਮੈਂ ਹੋਰ ਮਾਈਨਸ 'ਤੇ ਡਿੱਗ ਪਿਆ ਔਰ ਮੈਂ ਆਪਣੇ ਡੈਫੀਸ਼ੀਐਂਸੀਜ਼, ਸ਼ਾਰਟਕਮਿੰਗਸ, ਫਲॉज, ਆਪਣੀਆਂ ਗਲਤੀਆਂ, ਆਪਣੇ ਅਵਗੁਣਾਂ ਨੂੰ ਜਸਟੀਫਾਈ ਕਰ ਲਿਆ। ਨਾਲ ਮੈਨੂੰ ਰੋਜ਼ ਸੁਣਨ ਨੂੰ ਮਿਲਿਆ ਲੱਖਾਂ ਕਰੋੜਾਂ ਪਿੱਛੇ ਕੋਈ ਇੱਕ ਅੱਧ ਵਿਰਲਾ ਹੁੰਦਾ ਹੈ, ਤਾਂ ਮੈਨੂੰ ਸੌਖਾ ਹੋ ਗਿਆ ਛੁੱਟੀ ਲੈਣ ਦਾ। ਜਿਹੜੇ ਕਦੇ ਵੀ ਛੁੱਟੀ ਲੈਣਾ ਚਾਹੁੰਦੇ ਹੋਣ ਉਹ ਆਪਣੇ ਘਰ ਦੇ ਪਹਿਲਾਂ ਪਿੱਛੇ ਪੌੜੀ ਲਾ ਲੈਂਦੇ ਨੇ, फिर आगे आके पेश कर देने मैं क्या करूं, अच्छा ये मजबूरी थी, अच्छा ये मजबूरी थी, कह कवा के पिछली पौड़ी तो उतर जाते हैं। पौड़ी पहला ला ही लेंदे ने,
दैट इज़ कॉल्ड एक जस्टिफिकेशन। उत्तर तो मैं जाना ही हाँ, मेरा मन ऐसा बन गया सी, मेरी नीयत सी कि मैं सीधा होवा ही ना, मेरी ख्वाहिश नहीं बनी, मेरी इच्छा नहीं बनी, मेरी डिज़ायर नहीं बनी। कितने ढंग नाल, बड़ी नाइस, बड़ी यूनीक टैकनीक दे नाल गुरु साहब साडी ये वाली ख्वाहिश जगाने वास्ते फर्स्ट परसन की लैंग्वेज बाणी उचार रहे हैं और इस तरह पेश कर रहे हैं कि मैं सचियारा किवें बना, हर पढ़न वाला इस तरह उस मोड विच जा सकता है। उस तीव्र तांग रखण वाले मन वालों सवाल पेश हो रहा, सवाल पेश किया तांग विच। सवाल दे पिछे जे तीव्र तांग होवे ना तो इस तरह का सवाल होता है, काइंडली। जे निम्रता भाव ही ना होए तो सवाल पेश नहीं होता। फिर जे निम्रता भाव ना होवे, दूजे दी नॉलेज चैक करनी होवे और दूजे नूं झूठा पाना होवे या दूजे नूं अपनी गल सुनानी होवे तो फिर असी सवाल पेश इंज करते हैं ना, फिर इदा इंज उंज फिर की करोगे, है फिर यह सवाल नहीं है, यह नम्रता भाव नहीं है। ना फिर उस पंक्ति का की करोगे जी, फिर यह तांग नहीं है। गुरु पातशाह कहने काम क्रोध नगर वो पर्या में साधु खंडल खंडा है, पूरब लिखत लिखे गुरु पाया, मन हरली मंडल मंडा है, कर साधु अंजुली पुन वड्डा है, कर डंडौत पुन वड्डा है। सो जे तू सच लेना चाहना है, जे अंदर तीव्र तांग है कुछ सीखण दी, तो तैनू इस अवस्था विच आना पेगा। तीव्र तांग, बर्निंग डिजायर कि मैं सचियारा बनना चाहता हाँ। कितना नम्रता भाव विच सवाल है। सो अज असी इस सवाल नू लैके अगे चल रहे हाँ कि वो कह रहे ने कि तू सचियारा जे बनना चाहता है तो तैनू हुक्म रजाई चलना सीखना पेगा। चलना डज नॉट मीन ओनली दो पैरों नाल चलना। चलना मीनस अपना सारा जीवन का हर पल तैनू अकॉर्डिंग टू दैट हुक्म रजा दे अधीन जीण दी जाच वाली जीवनी, जीवन जाच। सहज सुभाव विच, अपने दृढ़ सुभाव विच जीनी पवेगी। जे तू उस तो उलट जींदा है तो तेरा मन जिहड़े हुक्म करदा है उन्हां दे नाल हुक्मी उत्तम दे बदले तेरे मन दे हुक्मी दे कारण नीच बन जाइदा है। रजा हुक्म नियम सिस्टम विच जी के उत्तम बनीदा है। हुण तक असी रजा हुक्म पाना किसी डिस्ट्रक्टिव, किसी लॉस, किसी नुकसान, कोई डैथ, कुछ भी हो जाए उहदा ना रखिया होया सी। ਉਹ जी रजा हुक्म पाने विच रवो। नाल असी पंक्ति लादा वो जिसका साहिब डाढ़ा होए। इस तरह करके असी भाणे का नाम रखिया ही सिर्फ डैथ दे नाल। यही कारण है कि जदों किसी की डैथ हो जाए तो असी जाके कह देंगे हाँ भाणा मनना चाहिए, लेकिन क्योंकि भाणे नूं ठीक नहीं समझिया इस करके जदों किसी के घर कोई बच्चा जम पवे ਤਾਂ नहीं कह सकते भाणा, क्यों असी ना ही रखिया नैगेटिव भाणे का। पर गुरु पातशाह कह सकते हैं, गुरु पातशाह कहते हैं जां तिस भाणा तां जम्मिया परिवार पला पाया। लो जी साडी ते बोली गुरु पातशाह तो पुट्ठी है। तुसी पूरे समाज विच किसी नूं कह के वेख लो घर बच्चा जम्मे और हुण जाके कहो भाणा। ਇਹਦਾ मतलब असी टुरे ही गलत होए हैं।
पहली पौड़ी ਉਹਦੇ ਵਿੱਚ ਕਹਿ ਰਹੇ ਨੇ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਈ ਜੇ ਲਾਇ ਰਹਾਨ ਉਤਾਰ। ਅਤੇ ਤੀਜੀ ਗੱਲ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਅਤੇ ਚੌਥੀ ਗੱਲ ਸਹਿ ਸਿਆਣਪਾ ਲੱਖ ਹੋਏ। ਫਿਰ ਸਾਰਾ ਹੀ ਲਪੇਟ ਲਿਆ। ਇਹ ਸਾਰੀਆਂ ਗੱਲਾਂ ਕਰਕੇ ਨਾ ਤਾਂ ਕੋਈ ਡਿਸਟਰਕਸ਼ਨ ਦੀ ਗੱਲ ਆਈ, ਨਾ ਕੋਈ ਨੁਕਸਾਨ ਦੀ ਗੱਲ ਆਈ, ਨਾ ਕਿਸੇ ਦੀ ਡੈਥ ਦੀ ਗੱਲ ਆਈ, ਨਾ ਬਿਜ਼ਨਸ ਡਿੱਗ ਜਾਣ ਦੀ ਗੱਲ ਆਈ। ਹੁਣ ਕਹਿ ਰਹੇ ਨੇ ਹੁਕਮ ਰਜ਼ਾਈ ਚੱਲਣ। ਕਦੇ ਅਸੀਂ ਸੋਚਿਆ ਹੀ ਨਹੀਂ। ਪਹਿਲੀ ਪੌੜੀ ਅੰਦਰ ਹੀ ਗੱਲ ਕਰ ਰਹੇ ਨੇ ਰਜ਼ਾ ਹੁਕਮ ਨਿਯਮ ਭਾਣੇ ਅਧੀਨ ਜੀਣ ਦੀ ਗੱਲ। ਰਜ਼ਾ ਹੁਕਮ ਭਾਣੇ ਦੇ ਅਧੀਨ ਜੀਣ ਦਾ ਮਤਲਬ ਹੈ ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ, ਅਕੋਰਡਿੰਗ ਟੂ ਦੈਟ ਜੀਣਾ ਚਾਹੀਦਾ। ਰਜ਼ਾ ਤੋਂ ਉਲਟ ਜੀਂਦੇ ਹਾਂ ਤਾਂ ਸਾਡੇ ਵਿਤਕਰੇ ਬਣਦੇ ਹਨ, ਦੂਰੀਆਂ ਬਣਦੀਆਂ ਹਨ, ਡਿਸਹਾਰਮੋਨੀਅਸ ਲਾਈਫ ਬਣਦੀ ਹੈ, ਹਾਰਮੋਨੀਅਸ ਲਾਈਫ ਨਹੀਂ ਬਣਦੀ ਹੈ। ਰੱਬ ਜੀ ਦਾ ਭਾਣਾ ਹੁਕਮ ਨਿਯਮ ਸਿਸਟਮ ਕੀ ਹੈ? ਰੱਬ ਜੀ ਸਾਰੀ ਸ੍ਰਿਸ਼ਟੀ ਨੂੰ ਇੱਕੋ ਜਿਹੀ ਆਕਸੀਜਨ ਦਿੰਦੇ ਨੇ, ਇੱਕੋ ਜਿਹੀ ਸੂਰਜ ਦੀ ਲਾਈਟ ਦਿੰਦੇ ਨੇ। ਕਦੇ ਵਿਤਕਰਾ ਨਹੀਂ ਕਰਦੇ ਨੇ ਅਮੀਰਾਂ ਦੇ ਘਰ ਜਾਂ ਗਰੀਬਾਂ ਦੇ ਕੋਠਿਆਂ 'ਤੇ। ਕਦੇ ਵਿਤਕਰਾ ਨਹੀਂ ਕਰਦੇ ਨੇ ਸੰਤਾਂ ਦੇ ਕੋਠਿਆਂ 'ਤੇ ਕਰਾਂਗਾ, ਚੋਰਾਂ ਦੇ ਕੋਠਿਆਂ 'ਤੇ ਨਹੀਂ ਕਰਾਂਗਾ ਬਾਰਿਸ਼। ਕਦੇ ਵਿਤਕਰਾ ਨਹੀਂ ਕਰਦੇ ਨੇ ਗੋਰੇ ਕਾਲੇ ਦਾ। ਕਦੇ ਵਿਤਕਰਾ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਨਹੀਂ ਕਰਦੇ। ਅੱਛਾ, ਇਹ ਰੱਬ ਜੀ ਦੇ ਅਨੇਕਾਂ ਬੇਅੰਤ ਗੁਣਾਂ 'ਚੋਂ ਇੱਕ ਇਹ ਵੀ ਹੁਕਮ ਨਿਯਮ ਸਿਸਟਮ ਹੈ। ਯੈਸ, ਜੇ ਤੂੰ ਇਸ ਤਰ੍ਹਾਂ ਜੀਵੇਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਤਾਂ ਤੇਰਾ ਵਿਤਕਰਾ ਖਤਮ। ਤੂੰ ਇਸ ਤੋਂ ਉਲਟ ਜੀਂਦਾ। ਤੂੰ ਕਹਿੰਦਾ ਇਹ ਹਿੰਦੂ, ਉਹ ਮੁਸਲਮਾਨ, ਉਹ ਸਿੱਖ, ਉਹ ਈਸਾਈ, ਉਹ ਏਥੀਸਟ, ਉਹ ਕਮਿਊਨਿਸਟ, ਉਹ ਗਰੀਬ, ਉਹ ਅਮੀਰ, ਉਹ ਪਤਿਤ, ਉਹ ਪਾਪੀ, ਮੈਂ ਪੁੰਨੀ, ਉਹ ਨਾਸਤਕ, ਮੈਂ ਆਸਤਕ। ਸਾਧ ਸੰਗਤ ਤੇ ਮੈਂ ਨਾ ਛੋਟੇ ਛੋਟੇ ਐਗਜ਼ਾਮਪਲ ਸਾਂਝ ਕਰ ਰਿਹਾ ਕਿ ਅਸੀਂ ਭਾਣੇ ਤੋਂ ਕਿਤਨਾ ਉਲਟ ਜੀਂਦੇ ਹਾਂ। ਫਿਰ ਜਦੋਂ ਭਾਣੇ ਤੋਂ ਉਲਟ ਜੀਂਦੇ ਹਾਂ ਤਾਂ ਰੱਬ ਜੀ ਦੇ ਭਾਣੇ ਵਿੱਚ ਰੱਬ ਜੀ ਨੇ ਸਾਰੀ ਸ੍ਰਿਸ਼ਟੀ 'ਚ ਸਭ ਤੋਂ ਕੀਮਤੀ ਇੱਕ ਕਰੈਕਟਰ ਬਣਾਇਆ, ਮਾਂ, ਇਸਤਰੀ, ਜਿਸ ਦੇ ਬਾਰੇ ਪ੍ਰਚਲਿਤ ਹੈ ਸੋ ਕਿਉ ਮੰਦਾ ਆਖੇ ਜੀ ਜੰਮੈ ਰਾਜਾਨ। ਪਰ ਅਸੀਂ ਉਹਦੇ ਨਾਲ ਧਾਰਮਿਕ ਸਥਾਨ ਤੋਂ ਲੈ ਕੇ ਸਭ ਜਗ੍ਹਾ ਵਿਤਕਰਾ ਕਰਦੇ ਹਾਂ, ਇਕੁਐਲਿਟੀ ਨਹੀਂ ਦਿੰਦੇ, ਭਾਣੇ ਤੋਂ ਉਲਟ ਜੀ ਰਹੇ ਹਾਂ। ਇਹਦਾ ਮਤਲਬ ਅਸੀਂ ਇਹ ਨਿੱਕੇ 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 ਪੁਆਇੰਟ ਨੋਟ ਕਰੀਏ ਨਾ, ਮੈਂ ਰਜ਼ਾ ਅਨੁਸਾਰ ਜੀਂਦਾ ਹੀ ਨਹੀਂ। ਰਜ਼ਾ ਭਾਣੇ ਅਨੁਸਾਰ ਤਾਂ ਮੈਂ ਸਿਰਫ ਡੈਥ ਸਮਝਿਆ ਹੋਇਆ ਸੀ। ਉਹਨੂੰ ਤੇ ਕਹਿੰਦੇ ਹੀ ਨਹੀਂ ਰਜ਼ਾ ਭਾਣਾ ਹੁਕਮ। ਰਜ਼ਾ ਭਾਣੇ ਹੁਕਮ ਅਨੁਸਾਰ ਜੀਣ ਵਾਸਤੇ ਮੈਨੂੰ ਪ੍ਰੇਰਨਾ ਦੇ ਰਹੇ ਨੇ। ਇਹਦੇ ਨਾਲ ਜੇ ਤੂੰ ਜੀਂਦਾ, ਇਹਦੇ ਅਧੀਨ ਨਹੀਂ ਜੀਂਦਾ, ਤੈਨੂੰ ਕੂੜ ਲੱਗ ਜਾਂਦੀ ਹੈ, ਮੈਲ ਲੱਗ ਜਾਂਦੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ 38 ਪੌੜੀਆਂ ਵਿੱਚ ਸਾਰੀ ਮੈਲ ਉਤਰਵਾਈ। ਕੋਈ ਉਹ 27, 28, 29, 30 ਜਾ ਕੇ ਪੌੜੀਆਂ ਮੁੰਦਾ ਸੰਤੋਖ ਸਰਮ ਭਚੋਲੀ ਸਿਰਫ ਸਿੱਧਾ ਜੋਗੀਆਂ ਦੀ ਨਹੀਂ ਲਾਈ, ਉਸੇ ਮਨ ਦੀ ਲਾਈ ਜਿਹੜਾ ਪਹਿਲੀ ਪੌੜੀ ਵਿੱਚ ਪੁੱਛ ਰਿਹਾ ਹੈ। ਇਹਦਾ ਮਤਲਬ ਪੌੜੀਆਂ ਇਸੇ ਮਨ ਬਾਰੇ ਨੇ। ਇੱਥੋਂ ਲੈ ਕੇ ਚੱਲਾਂਗੇ ਨਾ, ਯੂਨੀਕ ਲੜੀਕ ਬਣੇਗੀ ਕਿ 38 ਪੌੜੀਆਂ ਇਸੇ ਦਾ ਸਵਾਲ ਹੈ ਔਰ ਇਸੇ ਦਾ ਆਨਸਰ ਹੈ। ਇਸੇ ਨੂੰ ਕੂੜ ਤੋਂ ਛੁਡਾ ਕੇ ਵਿਰਲਾ ਮਨ ਬਣਾਇਆ ਔਰ ਵਿਰਲਾ ਮਨ ਬਣ ਕੇ ਇਸ ਨੂੰ ਰੱਬ ਜੀ ਨਾਲ ਮਿਲਾਪ ਹੋ ਗਿਆ। ਨਾਨਕ ਨਦਰੀ ਨਦਰ ਨਹੀਂ ਹਾਲ, ਕਿਉਂਕਿ ਇਹਨੇ ਜਾ ਕੇ ਦੇਖਿਆ ਉੱਥੇ ਸੱਚਖੰਡ ਵਸਿਆ ਨਿਰੰਕਾਰ। ਹੁਣ ਇਸ ਦੀ ਮੈਲ ਉਤਾਰਦਿਆਂ ਅਸੀਂ ਸਮਝ ਰਹੇ ਸਾਂ ਕਿ ਇਸ ਨੂੰ ਅਗਲੀ ਪੌੜੀ ਵਿੱਚ ਲੈ ਕੇ ਆਏ ਨੇ ਕਿ ਤੂੰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹਦੇ ਵਾਸਤੇ ਕੀ ਕਰਨਾ ਹੈ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪਰ ਮੈਨੂੰ ਮੱਤ ਵਿੱਚ ਰਤਨ ਜਵਾਹਰ ਮਾਣਿਕ ਵਾਲੀ ਮੱਤ ਚਾਹੀਦੀ ਸੀ। ਉਹ ਮੈਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅੱਛਾ, ਮੈਨੂੰ ਗੁਰੂ ਦੀ ਸਿੱਖਿਆ ਸੁਣਨੀ ਪਏਗੀ। ਉਹ ਪਹਿਲੇ ਵਾਲੇ ਮਨ ਨੂੰ, ਜਿਹੜਾ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ, ਉਹਨੂੰ ਕਹਿੰਦੇ ਨੇ ਸਿੱਖਿਆ ਸੁਣ।
ਹੁਣ ਸੁਣਨ ਦੀ ਜਦੋਂ ਗੱਲ ਆਈ ਤਾਂ ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਕੀ ਚੇਂਜਿਸ ਹੁੰਦੀਆਂ ਹਨ, ਉਹਨਾਂ ਦੀ ਹੁਣ 4 ਪੌੜੀਆਂ ਸ਼ੁਰੂ ਹੋਣ ਲੱਗੀਆਂ ਨੇ। ਹਾਊ ਟੂ ਲਿਸਨ, ਵਾਟ ਟੂ ਲਿਸਨ, ਐਂਡ ਦੈਨ ਆਫਟਰ ਉਹਦੇ ਕੀ ਬੈਨੀਫਿਟਸ ਹੁੰਦੇ ਨੇ। ਲਿਸਨਿੰਗ ਦਾ ਸਦਕਾ, ਸੁਣਿਆ ਦਾ ਸਦਕਾ, ਸਤਿਗੁਰ ਦੀ ਮੱਤ ਸੁਣੇਗਾ ਤਾਂ ਉਹਦਾ ਬੈਨੀਫਿਟ ਕੀ ਹੋਏਗਾ, ਉਹ ਇਹਨਾਂ 4 ਪੌੜੀਆਂ 'ਚ ਤੇਰੇ ਮਨ ਦੀ ਅਵਸਥਾ ਸਮਝਾਈ ਹੈ। ਕੋਈ ਬਾਹਰਲੇ ਪੀਰ ਫਕੀਰ ਦੀ ਗੱਲ ਨਹੀਂ ਕੀਤੀ, ਕੋਈ ਬਾਹਰਲੇ ਸਿੱਧ ਜੋਗੀ ਦੀ ਗੱਲ ਨਹੀਂ ਕੀਤੀ, ਕੋਈ ਬਾਹਰਲੇ ਈਸ਼ਰ ਵਰਮਾਇੰਦ ਦੀ ਗੱਲ ਹੀ ਨਹੀਂ ਕੀਤੀ, ਕੋਈ ਬਾਹਰਲੇ ਸਵਰਗ ਨਰਕ ਦੀ ਗੱਲ ਹੀ ਨਹੀਂ ਕੀਤੀ। ਜਿਹੜੇ ਲਫ਼ਜ਼ ਵਰਤੇ ਨੇ ਉਹਨਾਂ ਲਫ਼ਜ਼ਾਂ ਦੀ ਗਹਿਰਾਈ 'ਚ ਜਾਣ ਵਾਸਤੇ ਮੈਨੂੰ ਲੜੀ ਲੈ ਕੇ ਚੱਲਣੀ ਹੈ ਪਹਿਲੀ ਪੌੜੀ ਤੋਂ ਹੀ। ਉਸੇ ਮਨ ਨੂੰ ਟਰਾਂਸਫੋਰਮੇਸ਼ਨ ਦਿੱਤੀ ਜਾ ਰਹੀ ਹੈ, ਕੂੜ ਉਤਾਰੀ ਜਾ ਰਹੀ ਹੈ, ਚਿਜ਼ਲਿੰਗ ਕੀਤੀ ਜਾ ਰਹੀ ਹੈ, ਪੋਲਿਸ਼ਿੰਗ ਕੀਤੀ ਜਾ ਰਹੀ ਹੈ, ਇਹਦੀ ਮੱਤ ਸ਼ਾਰਪਨ ਕੀਤੀ ਜਾ ਰਹੀ ਹੈ। ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ ਦਿੱਤੀ ਜਾ ਰਹੀ ਹੈ। ਵਿਵੇਕ ਬੁੱਧੀ ਪ੍ਰਾਪਤ ਕਰਨ ਵਾਸਤੇ ਜੇ ਇੱਕ ਗੁਰ ਕੀ ਸਿੱਖ ਸੁਣੀ ਕਰਨਾ ਪਏਗਾ, ਸੁਣਨ ਵਾਸਤੇ ਸੰਗਤ ਕਰਨੀ ਪੈਂਦੀ ਹੈ। ਅਸੀਂ ਇਹ ਬੜਾ ਸੋਹਣਾ ਸਿਸਟਮ ਪ੍ਰਾਪਤ ਕੀਤਾ ਹੈ ਗੁਰੂ ਸਾਹਿਬ ਦੇ ਵੇਲੇ ਤੋਂ, ਕਿ ਇਸ ਤਰ੍ਹਾਂ ਚਟਸਾਲ ਲੱਗਦੀ ਸੀ। ਚਟਸਾਲ ਆਸਤਾ ਆਸਤਾ ਕਰਦਿਆਂ ਗੁਰੂਦੁਆਰਾ ਹੋਏ ਸੋਝੀ ਪਾਏ ਸੀ। ਆਸਤਾ ਅਸੀਂ ਇਸ ਦਾ ਨਾਂ ਗੁਰਦੁਆਰਾ ਪ੍ਰਚਲਿਤ ਸਮਝੇ, ਲੇਕਿਨ ਇਹਦਾ ਮਕਸਦ ਸੀ ਇੱਕ ਕਲਾਸ ਲੱਗੇਗੀ, ਉਸ ਕਲਾਸ ਵਿੱਚ ਗੁਰੂ ਪਾਤਸ਼ਾਹ ਜੀ ਦੀ ਸਿੱਖ ਸੁਣਨ ਵਾਸਤੇ ਸਟੂਡੈਂਟਸ ਬੈਠਣਗੇ। ਜਦੋਂ ਸਟੂਡੈਂਟਸ ਬੈਠਦੇ ਹਨ ਉਹ ਸਾਰੀ ਉਮਰ ਸਿੱਖਦੇ ਹਨ। ਇਹਦਾ ਮਤਲਬ ਮੈਂ ਪਹਿਲੇ ਦਿਨ ਤੇ ਸਿੱਖ ਬਣਨ ਆਇਆ ਸੀ, ਮੈਂ ਸਾਰੀ ਉਮਰ ਸਿੱਖਣਾ ਹੈ। ਸਾਰੀ ਉਮਰ ਸਿੱਖਣ ਵਾਸਤੇ ਮੈਨੂੰ ਸਤਿਗੁਰ ਕੇ ਭਾਣੇ ਵਿੱਚ ਰਹਿਣਾ ਪਏਗਾ। ਸੋ ਸਿੱਖ ਸਖਾ ਬੰਧਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਪਰ ਜੇ ਮੈਂ ਸੋਚਾਂ ਮੈਂ ਤਾਂ ਹੁਣ ਪੂਰਾ ਸਿੱਖ ਬਣ ਗਿਆ, ਮੈਨੂੰ ਹੁਣ ਕੁਝ ਸੁਣਨ ਦੀ ਲੋੜ ਹੀ ਨਹੀਂ ਹੈ, ਤਾਂ ਆਪਣੇ ਭਾਣੇ ਜੋ ਚੱਲਦਾ ਭਾਈ, ਆਪਣੀ ਓਪੀਨੀਅਨ ਮੁਤਾਬਕ, ਆਪਣੇ ਨਜ਼ਰੀਏ ਮੁਤਾਬਕ, ਆਪਣੀ ਨਜ਼ਰ ਮੁਤਾਬਕ, ਆਪਣੇ ਥਾਟ ਪ੍ਰੋਸੈਸ ਦੇ ਪੈਰਾਡਿਮ ਮੁਤਾਬਕ ਆਪਣੇ ਭਾਣੇ ਜੋ ਚੱਲਦਾ ਭਾਈ, ਵਿਛੜ ਜੋਟਾਂ ਖਾਵੇ। ਮੇਰਾ ਮਨ ਵਿਛੜ ਜਾਂਦਾ ਹੈ। ਮੇਰੇ ਮਨ ਨੂੰ ਸੱਚ ਦੀ ਸੰਗਤ ਦੇਣ ਵਾਸਤੇ ਕਿਹਾ ਗਿਆ। ਹੁਣ ਸੱਚ ਦੀ ਸੰਗਤ ਵਾਸਤੇ ਅਸੀਂ ਆ ਕੇ ਬੈਠ ਜਾਂਦੇ ਹਾਂ, ਪਰ ਮੈਨੂੰ ਭੁਲੇਖਾ ਇਹ ਪੈ ਗਿਆ ਸੀ, ਪੈ ਗਿਆ ਹੈ। ਤੁਹਾਨੂੰ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ। ਭੁਲੇਖਾ ਹੈ ਪੈ ਗਿਆ, ਮਨੂੰ ਉੱਥੇ ਜਾਣਾ ਹੀ ਤਾਂ ਹੈ। ਚਲੋ ਹਾਜ਼ਰੀ ਲਵਾ ਆਈਏ, ਚਲੋ ਮੱਥਾ ਟੇਕ ਆਈਏ, ਚਲੋ ਸੰਗਤ ਦੇ ਦਰਸ਼ਨ ਕਰ ਆਈਏ। ਪਰ ਗੁਰੂ ਪਾਤਸ਼ਾਹ ਕਹਿ ਰਹੇ ਨੇ ਮਨੂੰ, ਸਤਿਗੁਰ ਬਾਝੋਂ ਸੰਗਤ ਨਾ ਹੋਈ, ਤੈਨੂੰ ਸਤਿਗੁਰ ਦੀ ਸੰਗਤ ਕਰਨੀ ਸੀ। ਉਹਦੇ ਵਾਸਤੇ ਕਹਿੰਦੇ ਨੇ ਸੰਗਤ ਦੇ ਬਾਰੇ ਗੱਲ ਸੁਣ, ਦੇਖ ਸੰਗਤ ਕੀ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ। ਜੇ ਮੈਂ ਤੇ ਹੁਕਮ ਦਾ ਮੈਂ ਨਾ ਡੈਥ ਔਰ ਐਕਸੀਡੈਂਟ ਰੱਖਿਆ ਹੋਇਆ ਸੀ। ਰਜ਼ਾ ਪਾਣਾ ਹੁਕਮ। ਗੁਰੂ ਪਾਤਸ਼ਾਹ ਕਹਿ ਰਹੇ ਨੇ ਏਕੋ ਨਾਮ ਪਤਾ ਕੀ ਹੈ, ਹੁਕਮ। ਰਜ਼ਾ ਪਾਣਾ ਏਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਸਤਿਗੁਰ ਤੈਨੂੰ ਉਹ ਹੁਕਮ ਰਜ਼ਾ ਪਾਣਾ ਸਮਝਾਏਗਾ ਜੋ 38 ਪੌੜੀਆਂ ਸਮਝਾਇਆ। ਏਕੋ ਨਾਮ ਹੁਕਮ ਹੈ। ਹੁਕਮ ਡਜ਼ ਨॉट मीन ऑर्डर। ਹੁਕਮ ਰਜ਼ਾ ਪਾਣਾ is the laws of nature, is the will of God। ਹੁਣ ਇਹਦੀ ਸੰਗਤ ਕਰਿਆ ਕਰ। ਸੋ ਇਹ ਸਿਸਟਮ ਸੀ, ਸਤਿਗੁਰ ਦੀ ਗੱਲ ਸੁਣਨੀ ਹੈ। ਅਸੀਂ ਉਲਟਾ ਰਾਹ ਫੜ ਲਿਆ। ਉਹ ਜੀ ਭਾਵੇਂ ਸੰਗਤ ਆਏ ਨਾ ਆਏ, ਇੱਥੇ ਬੈਠੇ ਜਿਹੜੇ ਕੀਰਤਨ ਕਰ ਰਹੇ ਹੁੰਦੇ ਨੇ ਨਾ, ਖਾਸ ਤੌਰ 'ਤੇ ਮੈਂ ਇਸਤਰੀ ਸਤਸੰਗੀ ਜਦੋਂ ਬਚਪਨ ਵਿੱਚ ਬੈਠਦਾ ਸੀ ਰਜੌਰੀ ਗਾਰਡਨ ਲਾਜਪਤ ਨਗਰ,
ਤਾਂ ਬੀਬੀਆਂ ਆਪਸ ਵਿੱਚ ਗੱਲ ਕਰੀ ਹੁੰਦੇ ਸੀ, ਉਹ ਜੀ ਅਸੀਂ ਗੁਰੂ ਨੂੰ ਹੀ ਤਾਂ ਸੁਣਾਣਾ। ਲੈ ਉਲਟੇ ਬਾਸ ਬਰੇਲੀ ਕੋ ਗੁਰੂ ਨੂੰ ਸੁਣਾਣਾ ਆ ਬਈ ਬੁਰੇ ਦਾ ਭਲਾ ਕਰ, ਵਿਤਕਰਾ ਨਾ ਕਰ, ਗੁੱਸਾ ਮਨ ਨਾ ਹੰਡਾਏ, ਗੁਰੂ ਨੂੰ ਸਿਖਾ ਰਿਹਾ। ਦੇ ਕੁਦਰਤ ਕੇ ਸਭ ਬੰਦੇ ਘਟ ਘਟ ਮੈਂ ਹਰਜੂ ਬਸਿਆ ਦੇਖਿਆ ਕਰ। ਗੁਰੂ ਨੂੰ ਤਾਂ ਅਸੀਂ ਸੁਣਾਉਂਦੇ ਹੀ ਨਹੀਂ ਆ, ਗੁਰੂ ਕੋਲੋਂ ਤਾਂ ਸੁਣਨ ਆਉਂਦੇ ਹਾਂ। ਇਹ ਭੁਲੇਖਾ ਵੀ ਲੱਥਾ ਕਿ ਗੁਰੂ ਨੂੰ ਸੁਣਾਉਂਦੇ ਆ। ਦੂਜਾ ਭੁਲੇਖਾ, ਉਹ ਸਾਧ ਸੰਗਤ ਜੀ ਅਸੀਂ ਨਾ ਸੋਨੇ ਦੀ ਪਾਲਕੀ ਬਣਾਉਣੀ ਹੈ, ਇਹਦਾ 42 ਕਿਲੋ ਸੋਨਾ ਲੱਗਣਾ ਹੈ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋਨੇ ਨਾਲ। ਵਾਹ, ਗੁਰੂ ਪਾਤਸ਼ਾਹ ਤੇ ਮੈਨੂੰ ਕਹਿ ਰਹੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉ। ਇੰਝ ਤਾਂ ਨਹੀਂ ਹੋ ਸਕਦਾ, ਕਿਸੇ ਚੀਜ਼ ਚੜਾਉਣ ਨਾਲ ਨਹੀਂ ਹੋ ਸਕਦਾ। ਗੁਰੂ ਦੀ ਖੁਸ਼ੀ ਕੀ ਹੈ? ਸਤਿਗੁਰ ਦੀ ਗੱਲ ਸੁਣ, ਤੈਨੂੰ ਖੁਸ਼ੀ ਪ੍ਰਾਪਤ ਹੋਏਗੀ। ਗੁਰੂ ਕੋਈ ਫਿਜ਼ੀਕਲ ਥੋੜ੍ਹਾ ਨਾ ਜਿਹੜਾ ਕਦੇ ਹੱਸਦਾ ਤੇ ਕਦੇ ਰੋਂਦਾ। ਤੂੰ ਅੰਦਰੋਂ ਖੁਸ਼ ਹੋ ਜਾਏਗਾ, ਤੂੰ ਅੰਦਰੋਂ ਹਮੇਸ਼ਾ ਖੇੜੇ ਵਿੱਚ ਰਹੇਗਾ। ਜਿਹੜਾ ਹਮੇਸ਼ਾ ਅੰਦਰ ਖੇੜੇ ਵਿੱਚ ਰਹਿੰਦਾ ਹੈ, ਇਹਦਾ ਮਤਲਬ ਉਹ ਰਜ਼ਾ ਹੁਕਮ ਪਾਣੇ ਵਿੱਚ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ। ਅੰਦਰੋਂ ਖੇੜੇ ਵਿੱਚ ਮੀਨਸ ਰਜ਼ਾ ਪਾਣੇ ਅਨੁਸਾਰ। ਮੇਰਾ ਕਿਸੇ ਨਾਲ ਵਿਤਕਰਾ ਨਾ ਹੋਵੇ, ਮੇਰੀ ਕਿਸੇ ਨਾਲ ਨਫ਼ਰਤ ਨਾ ਹੋਵੇ, ਮੈਂ ਕਿਸੇ ਨਾਲ ਇਨਸਲਟ ਕਰਕੇ ਕਿਸੇ ਨਾਲ ਧੱਕਾ ਨਾ ਕਰਾਂ, ਆਪਣੇ ਇਹਨਾਂ ਹੱਥਾਂ ਨਾਲ ਕਿਸੇ ਦਾ ਵਿਗਾੜ ਨਾ ਕਰਾਂ। ਇਸ ਤਰੀਕੇ ਦਾ ਜਿਹੜਾ ਜੀਵਨ ਬਣਦਾ ਹੈ ਉਹਨੂੰ ਵਿਗਾਸ ਕਹਿੰਦੇ ਨੇ, ਖੇੜਾ ਕਹਿੰਦੇ ਨੇ, ਪਲੈਜ਼ੈਂਟ, ਪਲੀਜ਼ਡ, ਬੈਲੈਂਸਡ, ਸਹਿਜ ਵਿੱਚ। ਹੁਣ ਉਸ ਦੀ ਗੱਲ ਸਮਝਣ ਵਾਸਤੇ ਸੱਚ ਦੀ ਸੰਗਤ ਕਰਨੀ ਪਏਗੀ। ਗੁਰੂ ਦੀ ਗੱਲ ਨੂੰ ਸੁਣਨਾ ਸੱਚ ਦੀ ਸੰਗਤ ਕਹਿਲਾਂਦਾ ਹੈ। ਔਰ ਗੁਰੂ ਕਿਉਂਕਿ ਸ਼ਬਦ ਗੁਰੂ ਹੈ, ਇਸ ਕਰਕੇ ਸ਼ਬਦ ਗੁਰੂ ਦੀ ਸੰਗਤ ਮੇਰਾ ਸਰੀਰ ਨਹੀਂ ਕਰ ਸਕਦਾ। ਅਨਲੈਸ ਮੇਰੀ ਸੁਰਤ ਕਰੇ, ਅਨਲੈਸ ਮੇਰਾ ਮਨ ਸੰਗਤ ਕਰੇ। ਨੰਬਰ ਆਫ ਪੀਪਲ ਵਿੱਚ ਜਾਣਾ ਸੰਗਤ ਨਹੀਂ ਹੁੰਦਾ, ਨੰਬਰ ਆਫ ਪੀਪਲ ਨੂੰ ਦੇਖ ਲੈਣਾ ਸੰਗਤ ਨਹੀਂ ਹੁੰਦਾ, ਨੰਬਰ ਆਫ ਪੀਪਲ ਦੇ ਵਿਚਕਾਰ ਬੈਠ ਕੇ ਸਿਰਫ ਗੁਟਕਾ ਪੜ੍ਹ ਲੈਣਾ ਸੰਗਤ ਨਹੀਂ ਹੁੰਦਾ। ਜੋ ਸਤਿਗੁਰ ਜੀ ਕਹਿ ਰਹੇ ਨੇ, ਗੁਰ ਕਿਆ ਸਾ ਕਾਰ ਕਮਾਵੋ, ਉਹ ਕਾਰ ਕਮਾਣੀ ਪਵੇਗੀ। ਗੁਰ ਕਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ। ਜੋ ਤੈਨੂੰ ਉਹਦੇ ਵਿੱਚ ਵਿਧੀ ਸਮਝਾਈ ਗਈ ਹੈ, ਗੁਰ ਜੋ ਤਰੀਕਾ, ਜੋ ਮੈਥਡ ਸਮਝਾਇਆ ਗਿਆ ਕਰਨੀ ਦਾ, ਤੈਨੂੰ ਜੋ ਜੀਵਨ ਜਾਚ ਸਿੱਖਣੀ ਹੈ, ਗੁਰ ਕੀ ਕਰਨੀ। ਕਾਹੇ ਧਾਵੋ, ਭਾਗਤਾ ਕਿਉਂ ਹੈ? ਵਾਈ ਯੂ ਐਸਕੇਪ, ਬਹਾਨੇਬਾਜ਼ੀ ਕਿਉਂ ਕਰਦਾ ਹੈ? ਜੋ ਗੁਰ ਨੇ ਕਾਰ ਦੱਸੀ ਹੈ ਉਹ ਕਰਨੀ ਕਮਾ, ਉਸ ਤੋਂ ਨਸ ਨਹੀਂ। ਨਸਣ ਨਾਲ ਗੱਲ ਬਣਨੀ ਨਹੀਂ। ਜਿੱਥੇ ਵੀ ਜਾਏਗਾ ਰੱਬ ਜੀ ਰਹਿੰਦੇ ਨੇ। ਜਿੱਥੇ ਜਾਈਏ ਜਗਤ ਮੈਂ ਤਿੱਥੇ ਅਰਸਾਈ ਹੈ ਨਾ। ਇੰਜ ਜਿੱਥੇ ਤੂੰ ਜਾਏਗਾ ਤੇਰਾ ਮਨ ਤੇਰੇ ਨਾਲ ਜਾਏਗਾ, ਤੇਰਾ ਮਨ ਆਪਣੀ ਕੂੜ ਨਾਲ ਲੈ ਜਾਏਗਾ, ਤੂੰ ਉੱਥੇ ਵੀ ਜਾ ਕੇ ਦੁਖੀ ਹੋ ਹੀ ਜਾਏਗਾ। ਜੇ ਮੈਂ ਘਰ ਬੈਠਾ ਹਾਂ, ਮੈਨੂੰ ਕਿਸੇ ਦਾ ਸ਼ਾਦੀ ਦਾ ਕਾਰਡ ਨਾ ਆਏ, ਮੈਂ ਦੁਖੀ ਹੋ ਜਾਂਦਾ ਹਾਂ। ਪਰ ਜੇ ਉਹ ਕਾਰਡ ਦੇ ਜਾਏ ਤਾਂ ਫਿਰ ਮੈਂ ਨਵਾਂ ਦੁਖੀ ਹੋਣ ਦਾ ਰਾਹ ਲੱਭਦਾ। ਮੈਂ ਉੱਥੇ ਜਾ ਕੇ ਦੇਖਦਾ ਕਿਹਨਾਂ ਨੂੰ ਰੋਟੀ ਵਾਸਤੇ ਅੱਗੇ ਬੁਲਾਇਆ, ਮੈਨੂੰ ਨਹੀਂ ਬੁਲਾਇਆ। ਮੈਂ ਕਾਰਡ ਨਾਲ ਨਾਪਦਾ ਕਿਹਨਾਂ ਨੂੰ ਕਾਰਡ ਦੇ ਨਾਲ ਬਰਫੀ ਦੇ ਗਏ, ਮੈਨੂੰ ਬਦਾਮ ਦੇ ਗਏ, ਉਹ ਵੀ ਪਿਛਲੇ ਸਾਲ ਦੇ ਪੁਰਾਣੇ। ਮੈਂ ਰਾਹ ਲੱਭ ਲੈਂਦਾ ਕਿਉਂਕਿ ਮੇਰਾ ਮਨ ਸਭ ਜਗ੍ਹਾ ਨਾਲ ਜਾਂਦਾ ਹੈ। ਫਿਰ ਉੱਥੇ ਸਭ ਕੁਝ ਹੋ ਗਿਆ। ਫਿਰ ਮੈਂ ਖਾਣੇ ਦੇ ਵਿਚਕਾਰ ਨੁਕਸ ਕੱਢਣੇ ਸ਼ੁਰੂ ਕੀਤੇ। ਉਹਨਾਂ ਮੈਨੂੰ ਤਾਂ ਅੱਗੇ ਬੁਲਾਇਆ ਹੀ ਨਹੀਂ, ਆਪਣੇ ਜਵਾਈ ਨੂੰ ਅੱਗੇ ਬੁਲਾ ਲਿਆ। ਇੰਜ ਗੱਲ ਕਰਦੇ ਹਾਂ ਨਾ ਅਸੀਂ।
ਜਿੱਥੇ ਮੈਂ ਆਪਣਾ ਕੂੜਾ ਮਨ ਲੈ ਕੇ ਜਾਂਦਾ ਹਾਂ ਉਹ ਮੈਨੂੰ ਤੰਗ ਕਰਦਾ ਹੈ। ਮੈਨੂੰ ਇਸ ਕੂੜੇ ਮਨ ਵਾਸਤੇ ਨਾ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਵਾਲੀ ਅਵਸਥਾ ਤੋਂ ਛੁੱਟ ਕੇ ਮਨ ਕਰਕੇ ਸੁਣਨਾ ਹੈ, ਮਨ ਕਰਕੇ ਗਾਣਾ ਹੈ। ਉਹਦੇ ਵਾਸਤੇ ਕੱਲ ਅਸੀਂ ਪੌੜੀ ਪੜ੍ਹੀ ਕਿ ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣਨ ਵਾਸਤੇ ਮੈਨੂੰ ਕੀ ਕਰਨਾ ਹੈ? ਸੁਣਿਆ ਸਿੱਧ ਪੀਰ ਸੁਰਨਾਥ। ਉਸ ਪੌੜੀ ਦੇ ਅਸੀਂ ਕੱਲ ਜੋ ਸਾਂਝ ਕੀਤੀ ਸੀ ਉਹਦੇ ਅਸੀਂ ਹੁਣ ਸਿਰਫ ਸਿੰਗਲ ਲਾਈਨ ਅਰਥ ਸਮਝਾਂਗੇ ਤਾਂ ਕਿ ਅਸੀਂ ਆਪਣੀ ਅਗਲੀ ਪੌੜੀ ਤੇ ਜਾ ਸਕੀਏ। ਜੇ ਜੁਗ ਚਾਰੇ ਆਰਜਾ ਦੀ ਪੌੜੀ ਤੋਂ ਸਾਨੂੰ ਇੱਕ ਪੁਆਇੰਟ ਮਿਲਿਆ ਕਿ ਗੁਰੂ ਦੀਆਂ ਬਾਤਾਂ ਪੁੱਛਣੀਆਂ ਪੈਣਗੀਆਂ। ਤੈ ਸਾਹਿਬ ਕੀ ਬਾਤ ਜੇ ਆਖੈ, ਮੇਰੀ ਮੱਤ ਪੁੱਛਦੀ ਨਹੀਂ ਬਾਤ ਨਾ ਪੁੱਛੈ ਕੇ। ਮੇਰੀ ਮੱਤ ਕਹਿੰਦੀ ਨਹੀਂ ਕੋਈ ਗੱਲ ਸੁਣਾਵੇ ਹਰ ਨਾਮ ਕੀ ਸੋ ਲਗੇ ਗੁਰਸਿੱਖਾ ਮਨ ਮਿੱਠਾ। ਮੇਰੀ ਮੱਤ ਨੂੰ ਕੋਈ ਗੱਲ ਸੁਣਨ ਵਾਸਤੇ ਪੁੱਛਣਾ ਪਏਗਾ, ਬਾਤ ਪੁੱਛਣੀ ਪਏਗੀ। ਆਪਣੀ ਬਾਤ ਕਹੋ ਸ਼ਾਹ ਜੀ ਮੇਰੇ ਪ੍ਰੀਤਮ ਜੀ ਮੇਰੇ ਰੱਬ ਜੀ ਕਹੋ। ਵਿਰਲਾ ਬਣਨ ਵਾਲੇ ਮਨ ਨੂੰ ਕੂੜ ਉਤਾਰਨ ਵਾਸਤੇ ਗੱਲ ਸਮਝ ਆ ਰਹੀ ਹੈ ਕਿ ਜੇ ਮੈਂ ਆਪਣੀ ਨਜ਼ਰ ਉਹਦੇ ਅਕੋਰਡਿੰਗ ਨਹੀਂ ਬਣਾਵਾਂਗਾ, ਜੇ ਤਿਸ ਨਜ਼ਰ ਨਾ ਆਵੇ ਤਾਂ बात ना पूछे कि मेरी मत बात पूछती ही नहीं है कि आप कैसा हुक्म करते हैं, आप कैसी बात समझाते हैं, आप कौन सी कार पे चलना जीवन सिखा रहे हैं। अगर मैं वो सीख ला तो वो मैनू भली कार होएगी, पर मैनू वो कार पसंद नहीं है। वो मेरे वास्ते भली होएगी। ਉਹਦੇ ਵਾਸਤੇ ਨੋਟ ਆਇਆ ਸਾਹਮਣੇ, ਨਿਜ ਘਰ ਤੋਂ ਰੱਬ ਸ਼ੋ ਪ੍ਰੀਤਮ ਦੀਆਂ ਬਾਤਾਂ ਸੁਣਨ ਨਾਲ ਮਨ ਦੇ ਖਿਆਲਾਂ ਵਿੱਚ ਜੋ ਤਬਦੀਲੀ ਆਉਂਦੀ ਹੈ ਉਹਨਾਂ ਅਵਸਥਾਵਾਂ ਨੂੰ 8 ਤੋਂ 11ਵੀਂ ਪੌੜੀ ਵਿੱਚ ਵਿਚਾਰਿਆ ਗਿਆ ਹੈ। ਸੁਣਿਆ ਦੀ ਸੁਣਨ ਤੋਂ ਬਾਅਦ ਕੀ ਹੁੰਦਾ ਹੈ। ਉਸ ਤੋਂ ਪਿਛਲੀ ਪੌੜੀ ਸੀ ਗੁਰਾਈ ਕਿਤੇ ਬੁਝਾਈ, ਉਸ ਤੋਂ ਪਿਛਲੀ ਪੌੜੀ ਸੀ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਕਹਿ ਰਹੇ ਨੇ ਗੁਰੂ ਦੀ ਗੱਲ ਜੇ ਸੁਣੋ ਤਾਂ। ਉਚਾਰਨ ਵੇਲੇ ਅਸੀਂ ਉਚਾਰਨ ਕਰਦੇ ਹਾਂ ਸੁਣੀਏ। ਸੁਣੀਏ ਦੇ ਅਣਾਣੇ ਨੂੰ ਇੱਥੇ ਸਿਆਰੀ ਹੈ, ਲੇਕਿਨ ਸੁਣੀਏ ਵਿੱਚ ਅਣਾਣੇ ਨੂੰ ਬਿਆਰੀ ਹੁੰਦੀ ਹੈ। ਔਰ ਐੜੇ ਨੂੰ ਦੁਲਾਵਾਂ ਨਹੀਂ ਹੁੰਦੀਆਂ, ਈੜੀ ਨੂੰ ਇੱਕ ਲਾ ਹੁੰਦੀ ਹੈ। ਸੁਣੀਏ, ਸੁਣੀਏ ਮੀਨਸ ਇਹ ਜੀ ਸੁਣੀਏ, ਸੁਣੋ, ਸੁਣੀਏ, ਲੇਕਿਨ ਉਚਾਰਨ ਹੈ ਸੁਣਿਆ। ਸੁਣਿਆ ਦਾ ਮਤਲਬ ਹੁੰਦਾ ਹੈ ਅਣਾਣੇ ਨੂੰ ਸਿਆਰੀ, ਥੋੜ੍ਹਾ ਸਟ੍ਰੈਸ ਘੱਟ ਕਰਾਂਗੇ। ਸੁਣਿਆ ਮਤਲਬ ਸੁਣਨ ਦੇ ਨਾਲ, ਸੁਣਨ ਦੇ ਕਾਰਨ, ਸੁਣਨ ਦਾ ਸਦਕਾ, ਸੁਣਨ ਤੋਂ ਬਾਅਦ। ਵੰਸ ਯੂ ਲਿਸਨ, whosoever listens, तो उस तो बाद क्या होता है? सुनिया सिद्ध पीर सुरनाथ। सिद्ध कामयाब होना, एक गुरमत दी सिद्धि। जो मैं गुण मंगे सी वो गुण मैनू प्राप्त होए, इनू गुरमत दी रिद्धि कहते हैं। रिद्ध सिद्ध, रिद्धि गुण प्राप्त होए। कोई भी चीज़ प्राप्त होना रिद्धि। इस नू कामयाबी दे नाल अपने अनुभव, अपने प्रैक्टिस विच जीना सिद्धि। ये जो सामने सर्कस पे एक रस्सी टांगी हुई है और इस पे एक गरीब से परिवार का कोई जना चल रहा है, इसने रस्सी के ऊपर चलने की सिद्धि प्राप्त कर ली है। उसी को देखते देखते आस्ता आस्ता एक ने कहा मैं न्यागरा फॉल्स के ऊपर एक कॉर्नर से दूसरे कॉर्नर तक रस्सी बांधो, मैं उसके ऊपर चल लूँगा। उसने इसकी सिद्धि प्राप्त कर ली। सतगुर दी गल सुनिए और सतगुर दी गल सुन के जिहड़े गुण प्राप्त होंदे ने इन्हां नूं रिद्धि कहंदे ने, अते जिहड़े गुण प्राप्त करके उन्हां नूं अपने सुभाव विच जीण लग पैंदे उन्हां नूं सिद्धि कहंदे ने। और ये जिहड़ा खजाना प्राप्त हो जाता है साडे कोल, उस खजाने नूं अपने 9 द्वारे 9 खंड, अपने बॉडी दे जिहड़े सिद्धां दी बोली भी साडे 9 खंड कहे जाते हैं। 9 द्वारे प्रगट किए 10वां गुपत रखाया। गुरमत सिर्फ 9 द्वारे नहीं मनती है, गुरमत इस शरीर के अनेका द्वारे इन्हां नूं कहती है। पर उस बोली नूं वरत के कहंदे ने जदों तू रिद्धि गुण अते सिद्धि उन्हां नूं कामयाबी नाल प्रैक्टिस करन दी जाच सिख जाता है ਤਾਂ 9 ਖੰਡਾਂ ਦੇ ਵਿੱਚ ਵੀ ਉਸ ਨੂੰ ਪ੍ਰੈਕਟਿਸ ਕਰਨ ਲੱਗ ਪੈਂਦਾ। ਹੱਥ ਯੂਜ਼ ਕਰਨੇ ਆ ਜਾਂਦੇ ਨੇ,
ਅੱਖਾਂ ਹਲੀਮੀ ਵਾਲੀਆਂ ਹੋ ਜਾਂਦੀਆਂ, ਮਿੱਠਾ ਬੋਲਣ ਲੱਗ ਪੈਂਦਾ ਹੈ, ਕੰਨ ਤੋਂ ਨਿੰਦਾ ਨਹੀਂ ਸੁਣਦਾ ਹੈ, ਪੈਰ ਮਾੜੇ ਪਾਸੇ ਨਹੀਂ ਜਾਂਦੇ ਨੇ, ਸਾਰਾ ਇੱਕ ਇੱਕ ਇੰਦਰਾ ਗਿਆਨਿੰਦਰਾ ਕਾਬੂ ਆ ਜਾਂਦਾ ਨਾ, ਤਾਂ ਇਹਨੂੰ ਕਹਿੰਦੇ ਨੇ 9 ਨਿੱਦਾਂ ਦਾ ਖਜ਼ਾਨਾ। ਇਹਨੂੰ ਗੁਰਮਤਿ ਵਿੱਚ ਕਹਿੰਦੇ ਨੇ 9 ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਇਹਨੂੰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਿਮਰਿਆ ਘਰ 9 ਨਿੱਧ ਆਵੈ ਤਾਏ, 9 ਨਿੱਧ ਆਵੈ ਤਾਏ। ਮੈਂ ਤਾਂ ਸੋਚਦਾ ਸੀ ਮੈਂ ਮੱਥਾ ਟੇਕਾਂਗਾ ਮੈਂ ਅਮੀਰ ਹੋ ਜਾਵਾਂਗਾ, ਮੈਨੂੰ 9 ਨਿੱਧ ਸਮਝਦਾ ਸੀ। ਲੋਕੀ ਪਤਾ ਨਹੀਂ ਕਿਹਨੂੰ 9 ਨਿੱਧ ਸਮਝਦੇ ਹਨ, ਮੈਂ ਇਹਨੂੰ ਸਮਝਦਾ ਸੀ ਹਾਊ ਟੂ ਬੀ ਅਮੀਰ। ਸਾਧ ਸੰਗਤ ਜੀ, ਇਹ ਬਹੁਤ ਬਾਰੀਕ ਬੜੇ ਬੇਸਿਕ ਗੁਰਮਤਿ ਦੇ ਸਿਧਾਂਤ ਹਨ। ਰਿੱਧੀ ਸਿੱਧੀ ਸਿੱਧ ਕਾਮਯਾਬ ਹੋਣਾ, ਸਤਿਗੁਰ ਦੀ ਮੱਤ ਨਾਲ ਮਿਹਨਤ ਕਰਕੇ ਆਪਣੇ ਅੰਗਾਂ ਨੂੰ ਰਜ਼ਾ ਅਧੀਨ ਜਿਉਣ ਦੀ ਕਾਮਯਾਬੀ। ਗੁਰਬਾਣੀ ਦਾ ਫਰਮਾਨ ਹੈ ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਭਾਵ ਜਿਸ ਆਤਮਕ ਭੋਜਨ ਨੂੰ ਹਜਮ ਕਰਨਾ ਮੁਸ਼ਕਿਲ ਲੋਕੀ ਸਮਝਦੇ ਸਨ, ਖਾਸ ਤੌਰ 'ਤੇ ਸਿੱਧਾ ਜੋਗੀਆਂ ਦੀ ਬੋਲੀ ਵਿੱਚ, ਵਿਰਲਾ ਬਣਨ ਵਾਲਾ ਮਨ ਸਤਿਗੁਰ ਦੀ ਮੱਤ ਨੂੰ ਸੁਣ ਕੇ ਉਹ ਆਤਮਕ ਭੋਜਨ ਖਾ ਕੇ ਆਪਣੀ ਕੂੜ ਤੋਂ ਛੁੱਟਦਾ ਹੈ। ਇਸੇ ਨੂੰ ਸਿੱਧੀ ਤੇ ਬੁੱਧ ਪਾਈ ਕਹਿੰਦੇ ਨੇ, ਉਹ ਪ੍ਰਾਪਤ ਕਰ ਲੈਂਦਾ ਪੀਰ। ਇਹ ਕੋਈ ਬਾਹਰਲੇ ਇਨਸਾਨਾਂ ਦੀ ਗੱਲ ਨਹੀਂ ਚੱਲ ਰਹੀ। ਸਤਿਗੁਰ ਦੀ ਮੱਤ ਸੁਣੇ ਤੈਨੂੰ ਅੰਦਰੋਂ ਸਿੱਧ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ, ਸਿੱਧੀ, ਅਤੇ ਪੀਰ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਪੀਰ ਦਾ ਮਤਲਬ ਧਾਰਮਿਕ ਅਗਵਾਈ ਦੇਣ ਵਾਲੀ ਸੁਜਾਨ ਮੱਤ। ਇਹ ਅਵਸਥਾ ਤੈਨੂੰ ਪ੍ਰਾਪਤ ਹੋ ਜਾਂਦੀ ਹੈ। ਦੁਨਿਆਵੀ ਕਿਸੇ ਪੀਰ ਦੀ ਗੱਲ ਨਹੀਂ ਚੱਲ ਰਹੀ, ਬਲਕਿ ਸ਼ਬਦ ਗੁਰ ਪੀਰਾਂ ਦੀ ਗੱਲ ਚੱਲ ਰਹੀ ਹੈ। ਗਹਿਰ ਗੰਭੀਰਾ ਸੁਰ ਚੰਗੀ ਮੱਤ ਰਤਨ ਜਵਾਹਰ ਮਾਣਿਕ ਵਾਲੀ ਵਿਵੇਕ ਬੁੱਧੀ ਦੀ ਪ੍ਰਾਪਤੀ। ਨਾਥ ਸਾਰੀ ਸੁਰਤ ਮਤ ਮਨ ਬੁੱਧ ਇੰਦਰੀਆਂ ਗਿਆਨ ਇੰਦਰੀਆਂ ਰੋਮ ਰੋਮ ਨੂੰ ਨੱਥ ਪਾ ਕੇ ਨਿਜ ਕਰ ਅੰਤਰਾਤਮੇ ਨਾਲ ਜੋਗ ਬਣਾਉਣ ਵਾਲੀ ਮਾਲਿਕ ਜੋਗੀ ਖਸਮ ਸੁਆਮੀ ਵਾਲੀ ਮੱਤ ਪ੍ਰਾਪਤ ਹੁੰਦੀ ਹੈ। ਸੁਣਿਆ ਸਿੱਧ ਪੀਰ ਸੁਰ ਨਾਥ। ਜਦੋਂ ਮਨ ਸਤਿਗੁਰ ਦੀ ਬਾਤ ਸੁਣਦਾ ਹੈ ਤਾਂ ਮਨ ਦੀ ਮੱਤ ਕੂੜ ਛੁੱਟ ਜਾਂਦੀ ਹੈ। ਵਿਰਲਾ ਮਨ ਆਪਣੇ ਕਾਮ ਕ੍ਰੋਧ ਲੋਭ ਹੰਕਾਰ ਅਤੇ ਅਨੇਕਾਂ ਖਿਆਲਾਂ ਜਜ਼ਬਿਆਂ ਨੂੰ ਸਤਿਗੁਰ ਦੀ ਸੁਜਾਨ ਮੱਤ ਦੀ ਨੱਥ ਪਾਉਣ ਵਿੱਚ ਕਾਮਯਾਬੀ ਹਾਸਲ ਕਰ ਲੈਂਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਧਰਤ ਤਵਲ ਆਕਾਸ਼ ਧਰਤ ਮਨ ਰੂਪੀ ਧਰਤੀ ਜਿਸ ਉੱਤੇ ਅਨੇਕਾਂ ਖਿਆਲ ਉਪਜਦੇ ਸਨ, ਉਹ ਇਸ ਨੂੰ ਪ੍ਰਾਪਤ ਹੁੰਦੀ ਹੈ ਚੰਗੇ ਗੁਣਾਂ ਦੀ, ਕਿਉਂਕਿ ਇਸ ਨੂੰ ਰਜ਼ਾ ਅਧੀਨ ਜੀ ਕੇ ਹੁਕਮੀ ਹੋਵਨ ਆਕਾਰ ਨਵੇਂ ਆਕਾਰ ਪ੍ਰਾਪਤ ਹੁੰਦੇ ਨੇ। ਅਤੇ ਸਤਿਗੁਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਮੀਨਸ ਸਤਿਗੁਰ ਦੇ ਗਿਆਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਤੀਰਥ ਨਹਾਉਣ ਦੇ ਨਾਲ, ਗੁਰ ਗਿਆਨ ਦੇ ਤੀਰਥ ਵਿੱਚ ਨਹਾਉਣ ਨਾਲ ਜੇਤੀ ਸਿਰ ਠੁਪਾਈ ਵੇਖਾ, ਇਹਦੀ ਨਵੀਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਇਹਦੀ ਨਵੀਂ ਧਰਤੀ ਪੈਦਾ ਹੋਈ। ਮਨ ਦੀ ਧਵਲ ਚਿੱਟਾ ਸਫੇਦ ਮੈਲ ਰਹਿਤ ਇਸ ਨੂੰ ਧਰਮ ਪ੍ਰਾਪਤ ਹੋਇਆ। ਇਹਦੇ ਮਨ ਦੀ ਧਰਤੀ ਨੂੰ ਰੋਕ ਕੇ ਰੱਖਣ ਵਾਲਾ, ਜਿਸ ਨੂੰ ਧਵਲ ਵੀ ਕਹਿੰਦੇ ਨੇ ਬੈਲ ਵੀ ਕਹਿੰਦੇ ਨੇ। ਆਕਾਸ਼ ਜਿਸ ਦੀ ਚੰਗੀ ਧਰਤੀ ਪ੍ਰਾਪਤ ਹੋ ਗਈ ਹੈ, ਇਸ ਨੂੰ ਚੰਗਾ ਆਕਾਸ਼ ਪ੍ਰਾਪਤ ਹੁੰਦਾ ਹੈ। ਉੱਚੀ ਸੁਰਤ ਆਕਾਸ਼ ਵਰਗੀ ਉੱਚੀ ਸੁਰਤ। ਵਿਰਲੇ ਮਨ ਲਈ ਮਨ ਦੀ ਧਰਤੀ ਦਾ ਆਧਾਰ ਧਰਮ ਰੂਪੀ ਧਵਲ ਹੈ ਤੇ ਉੱਚੀ ਸੁਰਤ ਮਤ ਮਨ ਅਤੇ ਬੁੱਧ ਹੀ ਇਸ ਦਾ ਆਕਾਸ਼ ਹੈ। ਮਨ ਨੀਵਾਂ ਹੋ ਜਾਂਦਾ, ਉੱਚੀ ਸੁਰਤ ਹੋ ਜਾਂਦੀ ਹੈ। ਸੋ ਸਤਿਗੁਰ ਦੀ ਮੱਤ ਦੀਆਂ ਗੱਲਾਂ ਸੁਣਨ ਨਾਲ ਮਨ ਦੀ ਧਰਤੀ ਦਾ ਆਧਾਰ ਧਰਮ ਰੂਪੀ ਧਵਲ ਬਣ ਜਾਂਦਾ, ਜਿਸ ਉੱਤੇ ਆਕਾਸ਼ ਵਰਗੀ ਉੱਚੀ ਸੁਰਤ ਮੱਤ ਬਣ ਜਾਂਦੀ ਹੈ। ਬੁੱਧ ਤੀਖਣ ਹੋ ਜਾਂਦੀ ਹੈ। ਸੁਣਿਆ ਦੀਪ ਲੋ ਪਾਤਾਲ। ਹੁਣ ਗੁਰਮਤਿ ਵਿੱਚ ਇੱਕ ਸ਼ਬਦ ਆਏਗਾ ਗੁਰ ਦੀਪਕ ਤੇ ਲੋਏ। ਤੇ ਕੀ ਹੁੰਦਾ? ਤਿੰਨਾਂ ਭਵਨਾਂ ਦਾ ਚਾਨਣ ਹੋ ਜਾਂਦਾ। ਗੁਰਮਤਿ 3 ਭਵਨ ਮੰਨਦੀ ਨਹੀਂ ਹੈ। ਤੇ ਲੋਏ ਮੀਨਸ ਸਾਰੇ ਇੰਦਰ ਗਿਆਨ ਇੰਦਰੇ ਚੋਂ ਜਿੱਥੋਂ ਜਿੱਥੋਂ ਮੰਦੇ ਖਿਆਲ ਉਪਜਦੇ ਨੇ ਉੱਥੇ ਚਾਨਣ ਹੋ ਜਾਂਦਾ ਹੈ। यहाँ पर गंदगी है, यहाँ पर गंदगी है, इसका ध्यान रखना, यहाँ यहाँ गंदगी है, सब जगह लाइट पै गई ना। दीप लो पाताल दीवा चिराग हनेरे च चानण देने वाला। सुनिया लो नूर चानण प्रकाश। पाताल धरती दे हेठां, भाव मेरे मन रूपी धरती दे हेठां उपजदे मंदे ख्याल। पाताल
ਉਹਨਾਂ ਦੇ ਬਾਰੇ ਸੋਝੀ ਹੋ ਜਾਂਦੀ ਹੈ। ਵਿਰਲੇ ਮਨ ਨੂੰ ਸਤਿਗੁਰ ਦੀ ਮੱਤ ਸੁਣ ਕੇ ਮਨ 'ਚ ਉੱਠਦੇ ਹਰੇਕ ਚੰਗੇ ਖਿਆਲ ਦੀਪ ਬਾਰੇ ਚਾਨਣ ਹੁੰਦਾ ਜਾਂਦਾ ਹੈ। ਮੈਲੇ ਅਣਦਿਸਦੇ ਪਾਤਾਲ ਵਰਗੇ ਮਾੜੇ ਖਿਆਲਾਂ ਬਾਰੇ ਜਾਗਰੂਕਤਾ ਹੋ ਜਾਂਦੀ ਹੈ, ਅਵੇਅਰਨੈਸ ਆ ਜਾਂਦੀ ਹੈ। ਸੁਣਿਆ ਪੋ ਨਾ ਸਕੈ ਕਾਲ, ਉਹਨੂੰ ਛੋ ਨਹੀਂ ਸਕਦਾ ਹੈ ਕਾਲ। ਕੱਲ੍ਹ ਮੈਂ ਛੇਤੀ ਵਿੱਚ ਕੀਤਾ ਸੀ। ਕਾਲ ਦਾ ਮਤਲਬ ਹੁੰਦਾ ਡੈਥ। ਸਾਡੀ ਸਭ ਦੀ ਬੋਲੀ ਵਿੱਚ ਜਿਸ ਤਰ੍ਹਾਂ ਅਸੀਂ ਭਾਣਾ ਹੁਕਮ ਨਿਯਮ ਗਲਤ ਸਮਝਿਆ ਹੋਇਆ ਸੀ, ਇੰਝ ਅਸੀਂ ਕਾਲ ਦਾ मतलब समझाया जिस दिन एक दिन शरीरक तौर पर मर जाएंगे उसको काल बोलते हैं, उसको अंतकाल बोलते हैं। ਅੱਜ ਸਾਨੂੰ ਦੁਬਾਰਾ ਇਹ ਗੱਲ ਕਰਨੀ ਪਏਗੀ, ਜਦ ਕਿ ਅਸੀਂ 10 ਸਾਲ ਪਹਿਲਾਂ ਸੈਮੀਨਾਰ ਕੀਤਾ ਸੀ ਅੰਤਕਾਲ, ਔਰ ਅਸੀਂ ਉਹਦੇ ਵਿੱਚ ਅੰਤਕਾਲ ਜੋ ਲక్ష్ਮੀ ਸਿਮਰਿਆ ਐਸੀ ਚਿੰਤਾ ਮੈਂ ਜੇ ਮਰੈ ਸਾਰਾ ਸ਼ਬਦ ਵਿਚਾਰਿਆ ਸੀ। ਅੰਤਕਾਲ ਦਾ ਅੱਧਾ ਸੈਮੀਨਾਰ ਹੋ ਗਿਆ ਸੀ। ਮੈਂ ਸੰਗਤ ਨੂੰ ਪੁੱਛਿਆ, ਸਾਧ ਸੰਗਤ ਜੀ ਜੇ ਇੱਕ ਬ੍ਰਿਜ ਹੋਵੇ, ਮੰਨ ਲਿਆ ਇਸ ਬ੍ਰਿਜ ਦੀ ਚੌੜਾਈ 20 ਫੁੱਟ ਹੈ, 10 ਫੁੱਟ ਤੇ ਸੈਂਟਰ ਹੈ। ਇਸ ਸੈਂਟਰ ਵਿੱਚ ਪਿਤਾ ਨੇ ਆਪਣੇ ਬੇਟੇ ਨੂੰ ਉਂਗਲ ਪਕੜਾਈ ਹੋਈ ਹੈ, ਔਰ ਬੇਟੇ ਨੂੰ ਕਹਿ ਰਿਹਾ अगर उंगली छोड़ दोगे तो 10 फुट दूर पर जाकर पुल के नीचे गिर जाओगे, या तो एक्सीडेंट हो जाएगा या नीचे नदी समुंदर है, डूब के मर जाओगे। मैं संगत नूं पुछया, साध संगत जी जदों उंगल छड्डी ਇਹਨੂੰ ਅੰਤਕਾਲ ਕਹਿੰਦੇ ਹਨ ਜਾਂ ਜਦੋਂ ਉੱਥੋਂ ਜਾ ਕੇ ਡਿੱਗ ਕੇ ਡੁੱਬ ਕੇ ਮਰ ਗਿਆ? ਸਾਰੀ ਸੰਗਤ ਕਹਿੰਦੀ ਹੈ ਜਦੋਂ ਉਂਗਲ ਛੱਡੀ। ਇਹਦਾ ਮਤਲਬ ਇਹ ਮੇਰੀ ਡੈਫੀਨੇਸ਼ਨ ਨਹੀਂ ਰਹੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਜਿਤ ਵੇਲਾ ਵਿਸਰੈ ਮੇਰਾ स्वामी, तित वेले मर जाए जियो मेरा, उसी वेले मर जाता हूं। ये नहीं वहां जाके गिरूंगा और नीचे जाके जब शरीरक डेथ होएगी। ਇਹਦਾ ਮਤਲਬ ਜੇ ਕਿਸੇ ਮਨੁੱਖ ਦੀ 90 ਸਾਲ ਉਮਰ ਹੋਏ, ਉਹ 45 ਸਾਲ ਦੀ ਉਮਰ ਵਿੱਚ ਕੋਈ ਗਲਤ ਕੰਮ करे और रब ਨੂੰ ਵਿਸਾਰੇ, मरेगा 90 के बाद? उसकी तो बात ही नहीं चल रही। ऐ कर करे सो ऐ कर पाए। ਹੁਣੇ ਅੱਜ ਹੀ ਇसी ਵੇਲੇ ਨਾਲ ਦੇ ਨਾਲ ਨਿਬੇੜਾ ਹੁੰਦਾ ਹੈ। ਰੱਬ ਜੀ ਦੇ ਘਰ ਕੋਈ ਡਿਲੇ ਨਹੀਂ ਹੁੰਦੀ ਹੈ कि ट्रेन कल वाली आज 11 बजे आई है, नहीं, बिल्कुल सब कुछ नालों नाल है। तेरे घर सदा सदा है न्याओ। ये विश्वास बनाइए कि रब जी बिल्कुल डिले नहीं करते ने। सतगुर जागता है देवो, सुत्ते थोड़ी ना होए ने। नाल दे नाल निबेड़ा होंदा तो मनु हर पल संभालना पेगा। रसना जपे ना नाम तिल तिल कर कट्टी है, मनु हर वेले अलर्ट होना पेगा। साध संगत जी हर वेले अलर्ट शरीर करके नहीं हो सकते, हर वेले मेरे मन नूं अलर्ट होना पेगा। मन नूं अलर्ट होने वास्ते सतगुर दी मत सुननी पेगी। सतगुर दी मत सुनी ਤਾਂ विकार रूपी जम मैनू आत्मक मौत नहीं देंदे ने, अंतकाल नहीं वापरदा। एक बूंद गुर अमृत दीनो ता अटल अमर ना मुआए। पंक्ति मैं बार बार बोलता हाँ, अमर हो गए, मरते ही नहीं है। हाँ, क्योंकि आत्मक मौत आती नहीं है। ਉਹ ਕਾਲ ਉਹਨੂੰ ਪਹੁੰਚਦਾ ਨਹੀਂ ਹੈ, ਵਿਕਾਰ ਉਹਨੂੰ ਸਤਾਉਂਦੇ ਹੀ ਨਹੀਂ ਹਨ, ਆਤਮਕ ਮੌਤ ਹੁੰਦੀ ਨਹੀਂ ਹੈ। ਤਤ ਗਿਆਨ ਕਾਰਨ ਵਿਰਲੇ ਮਨ ਨੂੰ ਆਤਮਕ ਮੌਤ ਦਾ ਖਿਆਲ ਤੱਕ ਨਹੀਂ ਵਾਪਰਦਾ। ਭਾਵ ਵਿਕਾਰੀ ਸੋਚ ਨਹੀਂ ਪਹੁੰਚਦੀ, ਭਾਵ ਮੰਦੇ ਫੁਰਨੇ ਆਉਂਦੇ ਹੀ ਨਹੀਂ। ਜੇ ਮੰਦਾ ਫੁਰਨਾ ਕੋਈ ਪਾਤਾਲ ਚੋਂ ਨਿਕਲ ਕੇ ਪੌਪਅਪ ਹੋ ਜਾਏ, ਸੁਪਨੇ ਵਿੱਚ ਆ ਜਾਏ ਤਾਂ ਵੀ, ਅਤੇ ਜੇ ਪੌਪਅਪ ਹੋ ਕੇ ਜਾਗਦੇ ਹੋਇਆ ਦਿਹਾੜ ਵਿੱਚ ਕਿਸੇ ਵੇਲੇ ਆ ਜਾਏ ਤਾਂ ਵੀ ਉਹ ਉਸ ਨੂੰ ਸਪਰੈਸ ਕਰਨ ਯੋਗ ਹੋ ਜਾਂਦਾ ਹੈ। ਉਹਨੀ ਮੰਦੇ ਪੈਰ ਨਾ ਰੱਖਿਓ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ। ਘਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵਾ ਚੜਾ ਸਵਾਇਆ, ਵਡਿਆਈ ਵੱਡਾ ਪਾਇਆ। ਵੱਡੇ ਨਾਲ ਜਦੋਂ ਜੁੜ ਜਾਈਦਾ ਨਾ, ਫਿਰ ਮੰਦੇ ਫੁਰਨੇ ਪਤਾਲ ਚੋਂ ਉੱਠ ਕੇ ਪਏ ਆਣ। ਇਟ ਕੈਨ ਨਾਟ ਬੋਦਰ ਮੀ। ਇਹ ਗੁਰੂ ਪਾਤਸ਼ਾਹ ਕਹਿ ਰਹੇ ਨੇ, ਜਦੋਂ ਸੁਣ ਲਈਦਾ ਕਾਲ ਪਹੁੰਚਦਾ ਨਹੀਂ ਹੈ। ਵਿਕਾਰ, ਆਤਮਕ ਮੌਤ, ਡੀਮਨਸ, ਜਮ ਬੁੱਧੀ, ਡਿਸੀਟਫੁਲਨੈਸ ਤੰਗ ਨਹੀਂ ਕਰਦੀ ਹੈ, ਕਰ ਨਹੀਂ ਸਕਦੀ ਹੈ। ਜਿਵੇਂ ਇੱਕ ਫੁੱਲ ਗੁਲਾਬ ਦੇ ਸਾਹਮਣੇ ਲੱਖਾਂ ਕਰੋੜਾਂ ਕੰਡੇ ਕੰਪੈਰੀਜ਼ਨ ਕਰ ਹੀ ਨਹੀਂ ਪਾਉਂਦੇ ਨੇ। ਕਿਉਂ? ਕੰਡਿਆਂ ਨੇ ਆਪਣਾ ਆਪਣਾ ਕੰਮ ਕਰੀ ਜਾਣਾ ਹੈ। ਨੇੜੇ ਜਾਓ ਇਹਨਾਂ ਲਹੂ ਕੱਢਣਾ ਹੈ,
नेड़े जाओ इन्हां झरीठा मारनी है, नेड़े जाओ इन्हां हर्ट करना है। पर गुलाब दे आस पास करोड़ां कंडे होन, गुलाब की खुशबू नहीं हरा नहीं सकते ने। एक गुलाब ਉਹਨੂੰ डिफीट नहीं दे सकते ने। चंगे गुण तत् ज्ञान कारण विरले मनु आत्मक मौत का ख्याल तक नहीं वापरदा, विकारी सोच नहीं पौंदी, मंदे फुरने उठते ही नहीं हैं। जे उठण तो उन्होंने सप्रैस करन जो हो जाता। नानक भगतां सदा विगास, ये हमेशा विगास खेड़े विच अवस्था बनती है, मीनस रजा विच रहना आ जाता है। रंग हसे रंग रोवे, उसके फुरने ख्यालों जग विच ख्यालों भी सुरत मत मन बुद्ध विच खेड़ा रहिंदा है, रब जी नाल जोग हो जाता है। सुनिया दुख पाप का नास, दुख दे खखे नूं औंकड़नी है, पाप दे पप्पे नूं औंकड़नी है। इसदा मतलब है प्लूरल ने अनेका पाप मतलब मंदे ख्याल, उन्हें कमिट नहीं कीते ने, मंदे ख्याल भी आण, उन्होंने कहते ने जिस सिमरत दुख सब जाए, जिस सिमरत दुख सब जाए, नाम रतन वसै मन आए, नाम रतन वसै मन आए, वसै मन आए। जप मन मेरे गोविंद की बाणी, जप मन मेरे गोविंद की बाणी। साधु जन राम रसन वखा, जन राम रसन वखाणी। जप मन मेरे गोविंद की बाणी, जप मन मेरे। सतगुर निज कर अंदर वसदे दी बाणी नूं सुने ना तू, उस आवाज़ नूं, तां पता की हुंदा, जिस सिमरत मीनस ओनू याद रखे, सिमरत मीनस सिमरती विच याद रख के हमेशा दृढ़, नैवर फॉरगेट दैट। जिस सिमरत दुख सब जाए, सो मैनी दुख, हाँ किस तरह सब जाए दा हो जाता है, वो पूरे सारे दुख नूं इकट्ठा करके ना तुसीं एक स्टोर बना लो और पूरे स्टोर उत्ते बम मार दो। सारा की है नाम रतन वसै मन आए, जे मन अंदर नाम रतन वस जाए, सारे दुख अपना भांडा ठूठा चुक के चले जाते हैं। उन्होंने कहते हैं नस वंजो किल विखो, क्यों करता कर आया, अंदर मेरे रब जी आ गए ने, तुसी जाओ। ये अवस्था बनती है, सुने दुख पाप का नाश। इस तरह विरले मन नूं दृढ़ हुंदा है कि अवगणी ख्यालों तो खलासी हो जाती है, रब्बी विछोड़े दा दुख विकारी ख्याल उपजदे ही नहीं। हुण इस तो असीं अगे अज अगली पौड़ी करांगे। अगली पौड़ी असीं पढ़ांगे, तुसीं साडे नाल पढ़ोगे। सुणीए उचारण नहीं करांगे, सोने है दुलावा ने ऐड़े नूं सोने है सुनन दे नाल। सोने है ईश्वर बर्मा इंद, सुने है ईश्वर, सुनिए मुख
सलाहण मंद। सुनिए जोग जुगत तन भेद। सुनिए शास्त्र सिमरत वेद। नानक भगता सदा विगास। सुने धूप पाप का नाश। सुने धूप पाप का नाश। ਅੱਜ ਇਸ 9ਵੀਂ ਪੌੜੀ ਵਿੱਚ ਮੈਨੂੰ ਅਗਲੀ ਅਵਸਥਾ ਸਮਝਾ ਰਹੇ ਨੇ। ਮੈਨੂੰ ਮੀਨਸ ਜੋ ਵੀ ਮਨ ਇੱਛਾ ਕਰੇ ਮੈਂ ਕੂੜ ਹਟਾਉਣਾ ਚਾਹੁੰਦਾ ਹਾਂ। ਉਹ ਜੇ ਗੁਰ ਕੀ ਸੁਖ ਨੂੰ ਸੁਣੇ, ਗੁਰ ਕੀ ਬਾਤ ਨੂੰ ਪੁੱਛੇਗਾ, ਉਹ ਦੱਸਣਗੇ ਤਾਂ ਸੁਣੇਗਾ। ਸੁਣਨ ਤੋਂ ਬਾਅਦ ਉਹਨੂੰ ਇੱਕ ਹੋਰ ਅਗਲੀ ਚੜ੍ਹਾਈ ਕੀ ਪ੍ਰਾਪਤ ਹੁੰਦੀ ਹੈ, ਵਿਰਲੇ ਮਨ ਨੂੰ ਸਮਝ ਆ ਰਹੀ ਹੈ। ਸੁਣਿਆ ਈਸ਼ਰ ਬਰਮਾ ਇੰਦ। ਈਸ਼ਰ ਮਨ ਦੀ ਧਰਤੀ ਦਾ ਕਰਤਾ, ਜਗਤ ਦਾ ਨਾਥ, ਉਹਨੂੰ ਜਗਨਨਾਥ ਕਹਿੰਦੇ ਨੇ। ਮਨ ਦੀ ਧਰਤੀ ਦਾ ਕਰਤਾ ਪ੍ਰਾਪਤ ਹੁੰਦਾ ਹੈ ਸੁਣਨ ਦੇ ਨਾਲ। ਇਸ ਨੂੰ ਇੱਕ ਉੱਥੇ ਕਿਹਾ ਗੁਰ ਈਸ਼ਰ, ਗੁਰੂ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਕਹਿ ਰਹੇ ਨੇ ਗੁਰੂ ਦੀ ਗੱਲ ਸੁਣ ਲਵੇਂ, ਤੈਨੂੰ ਤੇਰੇ ਮਨ ਦੀ ਧਰਤੀ ਦਾ ਕਰਤਾ ਪ੍ਰਾਪਤ ਹੁੰਦਾ ਹੈ। ਜਦੋਂ ਸਾਨੂੰ ਸਾਡੀ ਮਨ ਦੀ ਧਰਤੀ ਦਾ ਕਰਤਾ ਪ੍ਰਾਪਤ ਹੁੰਦਾ ਹੈ ਤਾਂ ਮੇਰਾ ਮਨ ਵੀ ਮੇਰੀ ਆਪਣੀ ਸੋਚਣੀ ਦੀ ਸ੍ਰਿਸ਼ਟੀ ਦਾ ਕਰਤਾ ਪੁਰਖ ਬਣਦਾ ਹੈ। ਜਦੋਂ ਕਰਤਾ ਪੁਰਖ ਬਣਦਾ ਹੈ, ਕ੍ਰੀਏਟਿਵ ਖਿਆਲ ਆਉਂਦੇ ਨੇ, ਦੁਨੀਆ ਦੇ ਭਲੇ ਦੇ ਖਿਆਲ ਆਉਂਦੇ ਨੇ, ਔਰ ਸਭ ਦਾ ਭਲਾ ਕਰਨ ਦੀ ਜਾਚ ਆ ਜਾਂਦੀ ਹੈ। ਆਪਣੇ ਆਪ ਨੂੰ ਕਹਿਣਾ ਨਹੀਂ ਪੈਂਦਾ ਕਿ ਮੈਂ ਕਿਸੇ ਦਾ ਭਲਾ ਕਰਨਾ ਹੈ। ਕਿਸੇ ਦਾ ਭਲਾ ਕਰਕੇ ਉਹਦੇ ਬਦਲੇ ਰਿਵਾਰਡ ਦੀ ਵੀ ਖਿਆਲ ਨਹੀਂ ਆਉਂਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕਿਉਂਕਿ ਬੀਂਗ ਬਣ ਗਏ ਕਰਤਾ। ਸੁਣਿਆ ਈਸ਼ਰ ਬਰਮਾ, ਕਰਤੇ ਦੀ ਨਵੀਂ ਰਚਨਾ। ਜਿੱਥੋਂ ਨਵੇਂ ਜਿਸ ਖਿਆਲ 'ਚੋਂ, ਜਿਸ ਜਗ੍ਹਾ ਤੋਂ ਜਿਹੜੀ ਮਨ ਦੀ ਧਰਤੀ ਪ੍ਰਾਪਤ ਹੋਈ ਹੈ, ਉੱਥੋਂ ਜਿਹੜੇ ਨਵੇਂ ਖਿਆਲਾਂ ਦੀ ਉਪਜ ਹੁੰਦੀ ਹੈ। ਨਵੀਂ ਉਪਜ ਨੂੰ ਬਰਮਾ ਕਹਿੰਦੇ ਨੇ, ਬ੍ਰਹਮਾ ਕਹਿੰਦੇ ਨੇ। ਬਰਮਾ ਇੱਥੇ ਬਰਮਾ ਕਹਿ ਰਹੇ ਨੇ, ਉੱਥੇ ਕਹਿ ਰਹੇ ਸੀ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਹੁਣ ਸਮਝਾ ਰਹੇ ਨੇ ਕਿ ਈਸ਼ਰ ਕਿਵੇਂ ਬਣਦਾ ਹੈ ਤੇਰੇ ਅੰਦਰ, ਅਤੇ ਕਿਵੇਂ ਤੇਰੇ ਅੰਦਰ ਬਰਮਾ ਮੀਨਸ ਨਵੇਂ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਸ੍ਰਿਸ਼ਟੀ ਨਵੀਂ ਕਿਵੇਂ ਪੈਦਾ ਹੁੰਦੀ ਹੈ, ਕਿਵੇਂ ਚੰਗੇ ਗੁਣਾਂ ਦਾ ਤੂੰ ਨਵਾਂ ਬੀਇੰਗ ਬਣਦਾ ਹੈ। ਕਰਤੇ ਦੀ ਰਚਨਾ, ਮਨ ਦੀ ਨਵੀਂ ਸ੍ਰਿਸ਼ਟੀ ਸਾਜ ਕੇ ਦੁਰਲਭ ਦੇ ਦੀ ਪ੍ਰਾਪਤੀ ਦੀ ਜੁਗਤੀ ਦਾ ਦਾਤਾ ਅੰਦਰੋਂ ਪ੍ਰਾਪਤ ਹੁੰਦਾ ਹੈ। ਇੰਦ दुनिया समझती है मरने के बाद कोई स्वर्ग है और उस स्वर्ग का राजा इंद्र है। गुरु पातशाह कहते ने सुर्ग बास ना बाछिए, डरिए न नरक निवास, होना है सो होएगो, मने न कीचे आस। लोगों ने बड़े सारे टकोसले बनाए उन्हें, ऐसे करोगे तो नरक में जाओगे, ऐसे करोगे तो स्वर्ग में जाओगे। फलाने की बाँ फाड़ लोगे तो स्वर्ग में जाओगे, बाँ नहीं फड़ोगे तो नरक में जाओगे। हमारे जेड़े बाबा जी हैं वो फलानी जगह बैठे हुए हैं, फलाने डेरे में है, वो श्रीमान 108 है, उनकी बाँ फाड़ लो तो वो स्वर्ग ले जाते हैं। इंच दे ख्याल प्रचलित ने। और अगर ये काम नहीं करोगे तो नरकों में जाना पड़ेगा। इस करके लोकी अपने जीवन विच कुछ इच्छा तारते हैं भी स्वर्ग अंदर प्लॉट लेना है, स्वर्ग अंदर परमानेंट रेजिडेंस बनवाना है, तो की करिए? स्वर्गवास, स्वर्ग में जाने की इच्छा।
पर कबीर साहब कहते हैं सुर्ग वासना बाछी है, डरिए ना नरक निवास। अगर तुम्हारा 100 कार्ड नरक है ना, उसमें जाने का मेरे को डर ही नहीं लगता। डरिए ना नरक निवास, होना है सो होएगो, मने ना कीचे आस। सत्संग जी, नरक का डर पा के रब दे नाल प्यार नहीं पाया जा सकता। नरक का डर पाके, क्योंकि वह जब सताएंगे, कड़ाए होंगे, तुमको गर्मी बड़ी होएगी, तुमको ये करना पड़ेगा, वो करना पड़ेगा, पुट्ठे टांग दिए जाओगे, कड़ाए में तल दिया जाएगा। इतने असीं दिन रात उबलते रहते हैं अपनी अग्नि विच, अपने अंकार जगत जलिया। इस तो वड्डा और की नरक होएगा। डरा के किसी नूं रब नाल नहीं जोड़िया जा सकता, क्योंकि गुरबाणी कहती है मिठ बोलड़ा है मेरा प्रीतम। मिठ बोलड़ा जी हर सज्जन स्वामी मोर, वो कदे सज़ा देंदा ही नहीं है। ये नरक स्वर्ग की फिलॉसफी जीरो हो जाती है। इस करके गुरु साहब कहते हैं कवन नरक क्या सुर्ग विचारा, संतन दो राधे। हम कहूँ कि कान ना कटते अपने गुर प्रसादे। मैनू सतगुर की मत मिल गई है, मनु नरक स्वर्ग का ढकोसला ना सुनाओ। ना तो स्वर्ग की लालच दियो, ना मनु नरक जाने का डर है। बल्कि मनुख इत्थे स्वर्ग बनाण जोगा हो जाता है। जो स्वर्ग के मैंने देखदिया स्वै वर्ग होंदा है। मैं अपना स्वै वर्ग बना लिया, 4 बंदे मैं अपने नाल मिला लेने, मैनू शराब पीण की आदत है, जूआ खेडण की आदत है, मैं अपने किस्म बना ले। यह स्वै वर्ग नहीं होंदा, ये खेड़ा नहीं प्राप्त होएगा, ये हमेशा विना निकलणगे। लेकिन स्वै वर्ग का मतलब है जो मेरा मन सच की संगत करता है, मेरा मन उस वेले मेरी इस वेले भी और चंगा होवे भावें मंदा होवे, दोनों वेले मेरा मन मेरी बॉडी का राजा सुल्तान है। जेनू सतगुर की मत मिल जाए ना, मेरा मन मेरी इस बॉडी के स्वर्ग का राजा इंद्र बन जाता है। इनू कहते हैं इंद्र। सुनिया ईश्वर बर्मा इंद स्वै वर्ग विगास रूपी स्वर्ग प्राप्ति की जुगत का मालक तू बन सकता है जे सतगुर की मत ले ले। अगला स्वर्ग तो खत्म ही हो गया, इत्थे प्राप्त हो गया, क्योंकि नानक भगतां सदा विगास वाली तेरी अवस्था बनेगी। विरला मन सतगुर की मत नूं सुनन सदके महसूस करता है कि मन की धरती का ईश्वर चंगे गुणा की उत्पत्ति अते विगास की सदीवी अवस्था प्राप्त हो जाती है सानू विगास की। तब मैं अपना स्वै वर्ग बना लिया। स्वै वर्ग एयर कंडीशन विच नहीं होंदा, स्वै वर्ग मर्सिडीज़ विच बैठ के नहीं होंदा, क्योंकि मैनू हंकार है, एसी नाल ठंडक है, पर मेरा मन जल रहा है। उन्होंने कहते ने इस मन को बसंत की लगे न सोए, इस मन को बसंत की लगे न सो। ए मन जलिया दूजे दोए, ए मन जलिया दूजे दोए, इस मन को बसंत की लगे न सोए। बसंत चढ़ती है, नू कोई सो खुशबू प्राप्त ही नहीं होती है। इंज एसी भी लाया, बर्फानी भी है, सर्दियाँ भी ने, सब कुछ है, पर अंदरों सड़दा है। ये मत जलिया दूजे दोए, दूसरे नाल जेलसी करके, नफरत करके। सो इस देही अंदर गुरु पातशाह कहते ने काया अंदर ब्रह्मा विष्णु महेशा सब ओपत जित संसारा। सच्चे अपना खेल रचाया आवा गौण पसारा। जेकर मैं अपनी मत नूं मन की मत दे अधीन कर दियां तां मैं आवागौण विच पैंदा हाँ, आमने जामने विच पैंदा। आमने जामने नूं हनेरे वाली अवस्था कहंदे ने, मेरे मन दे फ्लॉस दी कूड़ दी मैल दी अवस्था नूं कहंदे ने। ते जे मैं सतगुर दी मत लवां और समझा कि मेरे अंदर देही अंदर खंड मंडल पाताला है,
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਹੈ, ਤਾਂ ਮੈਨੂੰ ਅੰਦਰ ਦੇ ਲੱਭਣੇ ਪੈਣਗੇ। फिर बाहरले किसकी स्टोरी, कौन सा ब्रह्मा कौन सा विष्णु, उसकी अब तो बात चल नहीं रही है ना। धार्मिकता की दुनिया विच ये लफज किवें बनिया, गुरु नानक साहब वो बयान कर रहे हैं कि सुनन दे नाल की अवस्था बनती है। सुनिया ईश्वर ब्रह्मा इंद, विरला मन सतगुर दी मत सुनन सदके महसूस करता है कि मन की धरती का ईश्वर ਚੰਗੇ ਗੁਣਾਂ ਦੀ ਉਤਪत्ति ਅਤੇ ਵਿਕਾਸ ਦੀ ਸਦੀਵੀ ਅਵਸਥਾ ਸਤਿਗੁਰ ਦੀ ਮੱਤ ਹੀ ਹੈ, ਜਿਸ ਨੂੰ ਮੈਂ ਸੁਣਨਾ ਸੀ। ਸੁਣਨ ਦੇ ਨਾਲ ਜਿਹਦਾ ਇਹ ਫਾਇਦਾ ਹੁੰਦਾ ਹੈ, ਸਤਿਗੁਰ ਦੀ ਮੱਤ ਸੁਣ ਕੇ ਮਨ ਦੀ ਨਵੀਂ ਧਰਤੀ ਦਾ ਈਸ਼ਵਰ ਪ੍ਰਾਪਤ ਹੁੰਦਾ ਹੈ, ਚੰਗੇ ਗੁਣਾਂ ਦੀ ਜੁਗਤ ਪ੍ਰਾਪਤ ਹੁੰਦੀ ਹੈ ਅਤੇ ਸਦੀਵੀ ਖੇੜੇ ਦਾ ਇੰਦਰ ਮਨ ਨੂੰ ਸਵਰਗ ਦਾ ਨੇਚਲ ਰਾਜ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਸੁਣਿਆ ਮੁਖ ਸਲਾਹਣ ਮੰਦ, ਸਲਾਹਣ ਦੇ ਨਾਣਾ ਹੈ, ਜੇ ਨੰਨਾ ਹੋਵੇ ਤਾਂ ਪਲੂਰਲ ਹੁੰਦਾ ਹੈ। ਮੁਖ ਦੇ ਖੱਖੇ ਨੂੰ ਸਿਆਰੀ ਹੈ, ਮੇਰਾ ਮਨ ਰੂਪੀ ਮੁਖ। ਮੁਖ ਮੰਦ, ਜੋ ਰੱਬੀ ਸਿਫਤ ਸਲਾਹ ਬਦਲੇ ਮੰਦੇ ਖਿਆਲਾਂ ਦੇ ਫੁਰਨੇ ਮੈਨੂੰ ਬੋਲ ਬੋਲ ਕੇ ਸੁਣਾਉਂਦਾ ਸੀ ਮੁਖ ਤੋਂ, ਉਹ ਰੱਬੀ ਸਿਫਤਾਂ ਕਰਨ ਲੱਗ ਪੈਂਦਾ ਹੈ। ਰੱਬੀ ਸਿਫਤਾਂ ਦੀ ਸਲਾਹ ਮਸ਼ਵਰਾ ਦੇਣਾ ਸ਼ੁਰੂ ਕਰ ਦਿੰਦਾ ਹੈ। ਮੁਖ ਸੁਣਨ ਦੇ ਨਾਲ, ਸੁਣਨ ਦਾ ਸਦਕਾ ਸੁਣਿਆ ਮੁਖ ਸਲਾਹਣ ਮੰਦ। ਮੰਦ ਦੇ ਦੱਦੇ ਨੂੰ ਔਂਕੜ ਹੈ, ਅਗੇਨ ਸਿੰਗੂਲਰ। ਇਹਦਾ ਮਤਲਬ ਜਿਹੜਾ ਵਿਰਲਾ ਬਣਨਾ ਚਾਹੁੰਦਾ ਹੈ ਉਸਦੇ ਮਨ ਦੀ ਗੱਲ ਚੱਲ ਰਹੀ ਹੈ। ਅਸੀਂ ਪਿਛਲੇ ਜਿਤਨੇ ਦਿਨਾਂ ਤੋਂ ਇਹ ਪੌੜੀਆਂ ਸਮਝ ਰਹੇ ਹਾਂ, ਤਾਂ ਤੋਂ ਅਸੀਂ ਸਮਝ ਰਹੇ ਹਾਂ ਮਨ ਦਾ ਮੂੰਹ ਹੁੰਦਾ ਹੈ, ਮਨ ਦੀਆਂ ਅੱਖਾਂ ਹੁੰਦੀਆਂ ਨੇ। ਨਾਨਕ ਸੀ ਅੱਖਣੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਂ ਪਰੀ, ਮਨ ਦੀਆਂ ਆਪਣੀਆਂ ਅੱਖਾਂ ਹੁੰਦੀਆਂ ਨੇ, ਮਨ ਦੇ ਹੱਥ ਪੈਰ ਹੁੰਦੇ ਨੇ, ਮਨ ਦੇ ਹੀ ਸੁਰਤ ਹੁੰਦੀ ਹੈ, ਮਨ ਦਾ ਹੀ ਸਭ ਕੁਝ ਹੁੰਦਾ ਹੈ। ਇਹਦਾ ਮਤਲਬ ਮਨ ਦੇ ਉਹ ਜਿਹੜੇ ਅੰਗ ਫਿਕਸਅਪ ਕਰਕੇ ਠੀਕ ਕੀਤੇ ਜਾਂਦੇ ਨੇ ਤਾਂ ਦੁਰਲਭ ਦੇਹ ਬਣਦੀ ਹੈ। ਇਸ ਫਿਕਸਅਪ ਕੀਤੀ ਯਾਤਰਾ ਨੂੰ ਕਹਿੰਦੇ ਨੇ ਚਿਰੰ ਕਾਲੇ ਦੇਹ ਸੰਜਰੀਆ, ਮੀਨਸ ਇਹਦੇ ਉੱਤੇ ਬੜੀ ਮਿਹਨਤ ਕਰਕੇ ਦੇਹ ਬਣਾਈ ਜਾਂਦੀ ਹੈ, ਦੁਰਲਭ ਦੇਹ। ये शरीर जो हमें प्राप्त हुआ है इसको दुर्लभ देह नहीं बोलते हैं। ये शरीर तो हमको माता पिता के संयोग से प्राप्त हुआ ही है। whether I desired, whether I did this desire or not, नहीं मैं ख्वाहिश ਕੀਤੀ ਨਹੀਂ ਸੀ ਪਰ ਇਹ ਮਿਲ ਗਿਆ, ਇਹਦੇ 'ਚ ਕੋਈ ਚੋਇਸ ਨਹੀਂ ਸੀ। ਮਾਤਾ ਪਿਤਾ ਕਿਹੜੇ ਸਾਡੀ ਚੋਇਸ ਨਹੀਂ ਹੁੰਦੀ, ਧਰਮ ਕਿਹੜਾ ਮੇਰੀ ਚੋਇਸ ਨਹੀਂ ਸੀ, ਵਿਆਹ ਕਿੱਥੇ ਕਰਾਵਾਂ ਮੇਰੀ ਚੋਇਸ ਨਹੀਂ ਸੀ, ਮੇਰੇ ਮਾਂ ਪਿਓ ਕਿਹੜੇ ਬਣਨ ਮੇਰੀ ਚੋਇਸ, ਮੇਰੇ ਬੱਚੇ ਕਿਹੜੇ ਬਣਨ ਮੇਰੀ ਚੋਇਸ ਨਹੀਂ ਸੀ। ਪਰ ਹੁਣ ਜਦੋਂ ਮੈਂ ਪੈਦਾ ਹੋ ਚੁੱਕਾ ਹਾਂ, ਮੈਂ ਸਤਿਗੁਰ ਦੀ ਮੱਤ ਦੀ ਮਾਤਾ ਪ੍ਰਾਪਤ ਕਰ ਸਕਦਾ ਹਾਂ। ਮਾਤਾ ਮੱਤ ਪਿਤਾ ਸੰਤੋਖ ਸਤ ਭਾਈ ਕਰੇ ਵਿਸੇਕ, ਇਹ ਸਾਰੇ ਹੁਣ ਮੈਨੂੰ ਅੰਦਰ ਦੇ ਮਾਤਾ ਪਿਤਾ ਭੈਣ ਭਰਾ, ਅੰਦਰ ਦੇ ਪਤੀ ਪਤਨੀ ਸੱਸ ਸਹੁਰਾ ਪ੍ਰਾਪਤ ਹੋ ਸਕਦੇ ਨੇ। ਇਹਨੂੰ ਕਹਿੰਦੇ ਨੇ ਕੁੱਲ ਉਧਾਰਿਆ ਆਪਣਾ, ਆਪਣਾ ਅੰਦਰ ਦਾ ਕੁੱਲ ਮੈਂ ਠੀਕ ਕਰ ਸਕਦਾ। ਹੁਣ ਇਹ ਮੇਰੇ ਕੋਲ ਚੋਇਸ ਹੈ, ਬਸ਼ਰਤੇ ਕਿ ਮੈਂ ਸਤਿਗੁਰ ਦੀ ਮੱਤ ਲਵਾਂ। ਜੇ ਮੈਂ ਨਹੀਂ ਲੈਣਾ ਚਾਹੁੰਦਾ ਤਾਂ ਮੈਂ ਦੁਰਯੋਧਨ ਵਾਲਾ ਪੂਰਾ ਟੱਬਰ ਬਣਾ ਸਕਦਾ ਆਪਣਾ, ਆਪਣੇ ਖਿਆਲਾਂ ਦਾ। ਮੰਦੇ ਖਿਆਲ ਜਿਹੜੇ ਮਸ਼ਵਰੇ ਦਿੰਦਾ ਸੀ, ਵਿਰਲਾ ਮਨ ਸਮਝ ਜਾਂਦਾ ਹੈ ਕਿ ਸਤਿਗੁਰ ਦੀ ਮੱਤ ਸੁਣ ਕੇ ਮੰਦੇ ਖਿਆਲਾਂ ਵਾਲਾ ਮਨ ਰੂਪੀ ਮੁਖ ਵੀ ਰੱਬੀ ਸਿਫਤਾਂ ਦੀ ਸਲਾਹ ਕਰਨ ਲੱਗ ਪੈਂਦਾ ਹੈ। ਕਰਨ ਲੱਗ ਪੈਂਦੇ ਹਨ, ਪਲੂਰਲ ਭਾਵ ਨਹੀਂ ਹੈ, ਸਿੰਗੂਲਰ ਦੀ ਗੱਲ ਚੱਲ ਰਹੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਜੋਗ ਮਿਲਾਪ। ਜੋਗ ਡਜ਼ ਨਾਟ ਮੀਨ ਯੋਗਾ। ਯੋਗਾ ਦਾ ਮਤਲਬ ਲੋਕੀ ਐਕਸਰਸਾਈਜ਼ ਕਰਨਾ ਸਮਝਦੇ ਨੇ। ਗੁਰਮਤਿ ਯੋਗ ਯੋਗਾ ਜੋਗ ਦਾ ਮਤਲਬ ਹੁੰਦਾ ਹੈ ਮਿਲਾਪ, ਰੱਬੀ ਮਿਲਨ, ਵਨੈਸ ਵਿਦ ਗੋਡ ਦੀ ਅਵਸਥਾ। ਸੁਣਿਆ ਜੋਗ ਜੁਗਤ, ਜੁਗਤ ਦੇ ਤੱਤੇ ਨੂੰ ਸਿਆਰੀ ਹੈ, ਉਸ ਦੀ ਜੁਗਤੀ ਉਸ ਦਾ ਤਰੀਕਾ ਸਮਝ ਆ ਜਾਂਦਾ, ਹਾਊ ਟੂ ਹੈਵ ਦਾ ਯੋਗ। ਸੁਣਿਆ ਜੋਗ ਜੁਗਤ ਤਨ ਭੇਦ, ਤਨ ਦੇ ਨੰਨੇ ਨੂੰ ਸਿਆਰੀ, ਤਨ ਦੇ ਅੰਦਰ ਦੇ ਮੀਨਸ ਮਨ ਦੇ ਤਨ ਦੇ ਅੰਦਰ ਦੇ।
ये नहीं किडनी कैसे काम करती है, लंग्स कैसे काम करते हैं और आंखें, ये तो MBBS पढ़ के भी पता लग जाता है। तो मन रूपी तन किस तरह एक्ट करता है। मन दिया भैड़ियां अखां मनुख बाहरों इन अखां दे नाल कटाक्ष करके तीर मारदा है दूजे नूं। नफरत, बड़ी नफरत की नज़र नाल देखदा ना, ये भी आ गए ने, बस कहना नहीं पैंदा। अखां नाल ही, ये मध दियां अखां ने इन्हां अखां नूं मूँह इंज कराया, घूर के वेख्या निक्के बच्चे नूं, किसी नूं भी अपना रोब दिखाने वास्ते। वो मेरे मन दे हाव भाव ने, उन्हां दे बारे सतगुर दी मत जेकर सुन लवें, सुनिया जोग जुगत तन मन रूपी तन दे अंदर दे भेद बारे समझ आनी शुरू हो जाती है। हाउ माई बॉडी वर्क्स सब्जैक्ट टू माई मन दी तन बॉडी वर्क्स, अकॉर्डिंग टू दैट मेरी बाहर वाली बॉडी वर्क्स। जैसे मेरे मन दे ख्याल होंगे वैसी मेरी बाहर वाली बॉडी वर्क्स। जैसे मन दे ख्यालों वाली बॉडी बनाई हुई है वैसी बाहरली बॉडी एक्ट करने लगी। बाहरली बॉडी अंदर कोई ताकत नहीं है, बाहरली बॉडी अंदर कोई ताकत ना है ना, ਉਹਨੂੰ ਕਹਿੰਦੇ ਨੇ ਇਹਨਾਂ ਜਨਤਾ ਕੈ ਵਸ किछ नहीं। किना जनता के वस है, अंदर दे जंत ठीक कर लै, अंदर दे अंग ठीक कर लै। अंदर दे अंग धर्म ठीक करता है, बाहरले अंग हस्पताल वाले ठीक कर देंगे। अंदर दे मन की सोचनी दे वो समझ सतगुर की मत लाई विरले मन नूं मन अते तन दे हरेक ख्याल बारे सूझ हो जाती है ते सुरत मत मन बुद्ध अते तन दे अंगां नूं काबू रखण दी जुगत आ जाती है और मन जीत है जग जीत। सारा सोचनी दा ढंग ठीक हो गया। इस जग की गल की जा रही है। बाहरला जग ते लोग इलैक्शन नाल जित के जी लेंदे ने, अपना बॉडी उत्ते काबू नहीं रहिंदा। मन ते काबू, मन जीते जग जीत। सुनिया शास्त्र सिमृत वेद। सिमृत होंदा है सिमरती विच, हमेशा याद रखना। एक एक रोम 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 विच जितने ख्याल ने सारिਆਂ ਨੂੰ चंगी मत दे के याद रखना, इसनूं सिमरती कहते हैं। सुनिया सतगुर की मत सुन के हुण अंदर दे अंगां की गल शुरू होएगी ना। अंदर दा शास्त्र समझ आंदा है, अंदर दी सिमरती समझ आती है, अंदर दे वेद समझ आते हैं। हुण अगली गल कह रहे हैं, होर चढ़ा रहे हैं, इसनूं होर उच्चाई दे रहे हैं। दैट इज कॉल्ड एलिवेशन, हाउ टू राइज। बारला सेंटेंस बनवाया किसी के प्यार में, इफ यू फॉल इन लव। बाहरले प्यार च फॉल हो जाता, डिग पैंदा है, अंदरले प्यार च राइज करते हैं। दिस इज कॉल्ड एलिवेशन। इनू कहते हैं उच्चे चढ़ के देखा, इनू कहते हैं सुरत उच्ची हो जाना। सुनिया शास्त्र सिमृत वेद। शास्त्र की होंदा है? शास्त्र होंदा है अंदर दा ओ वाला मैसेज समझ आना जिहदे नाल कि मैं सतगुर दी मत दी रहत अनुसार रह सकां। अंदर दी रहत समझ आती है। उपाव सियानप सगल ते रहत, सब कुछ जानने आत्म की रहत। अंदर दी रहत जिस गल तो समझ आवे, जिस थां तो समझ आए, जिस सुने नाल समझ आए, जितने सुनेहे मैसेजिस नाल समझ आए, उन्हां सारिਆਂ ਨੂੰ शास्त्र कहते हैं। अंदर दी रहत, पर अंदर दी रहत मैनूं आंदी नहीं सी। अंदर रब जी बैठे ने, वो सुमत बख्शते ने, और रतन जवाहर माणिक वर्गी दात वाली अकल बुद्धि देंदे ने। ਉਹਨੂੰ तू छड्ड बैठा देनहार प्रभ छूट के लागे आन सुआए। आन सुआए की होंदा है? तू ऐ सारे अखां नक कन बॉडी नूं जाण लग पिया, इन्हां दे स्वार्थ विच पै गया। नानक कहूँ ना सी जई, इस तरह तू कामयाब नहीं होएगा, इस तेनों रिद्धि सिद्धि प्राप्त नहीं होएगी, इस तू अंदरों खिड़ेगा नहीं, तेनों भगतां सदा विकास वाली अवस्था प्राप्त नहीं होएगी। अंदर दी रहत समझण वास्ते मैनूं एक काम करना पेगा।
सतगुर की मत लैनी पेगी। आहर सब करदा फिरे आहर एक ना होए, जित आहर जग उधरै विरला बूझे कोई। तू विरला बन जाता, तैनू वो समझ आ जाएगी कि मैं अपना जग किवें फिक्सअप करा। वो तू काम करदा नहीं, वो नहीं करदा ना, सतगुर की मत नहीं लैंदा ना, श्लोक देनहार प्रभ छोड़ के है ना, यदि अष्टपदी शुरू होती है। ਉਹਦੇ अर्थ ਜਿਹੜੇ ਅਸੀਂ समझते ਸਾਂ वो ये समझते सां जैसे मम्मी पापा बच्चे को बोलते हैं तू शोर मत मचा, तेरे को हमने चॉकलेट ले दी है ना, अब इस टॉय के लिए मत रो, तेरे को और भी कितनी चीज़ें लेके दी हैं, अगर तू अब कहना नहीं ना मानेगा तो तेरी ये सब चीज़ें भी छीन लेंगे, जा कल तेरे साथ वहाँ नहीं जाएंगे, चिड़ियाघर नहीं जाएंगे, जा तेरे को वो नहीं लेके देंगे। इस तरह वाले असी मम्मी पापा ਜਿਹੜੇ हाँ ना, इस तरह असी रब ਨੂੰ बना लिया भी 10 वस्तु ले पाछे पावे, एक बस कारण भी खोट गवावे, एक भी ना दे 10 वीर ले तो बूढ़ा को क्या करे। इस तरीके ਦੇ असी ना अर्थ रब जी दे क्रूअल बनाए हुए सी भी रब जी इंज करते हैं बई तेन 10 चीज़ां दित्तियां होईयां, एक पिछे रोला पाई जाना है। पर श्लोक पढ़िया, श्लोक कह रहे देनहार प्रभ छोड़ के लागे आंसू आए। रब जी तेन सुमत बख्श ने उन्होंने छड़ रहा तो इन्हों के पिछे पिया होया। नानक कहूँ ना सी जई बिन नावै पत जाए, अंदरों तेनों विकार सतानगे। हुण अष्टपदी 10 वस्तु ले पाछे पावे, तेनों ऐत मिलियां होईयां ने, इन्हों के पिछे पिया होया। यू फॉलो दैम, अखां रजाण लगा होया, जीभ रजाण लगा होया, ਕੰਨ रजाण लगा होया, बॉडी नूं स्वाड़ लगा होया, खाना पीना हसना सोना लगा होया, बस इन्हां कम्मां च लगा होया। 10 वस्तु ले पाछे पावे एक बस कारण, एक तू सतगुर की मत नहीं लैंदा, वो देनहार प्रभु है अंदर, वो तू लैंदा नहीं। देनहार प्रभ छोड़ के लागे आंसू आए। हुण कहते 10 वस्तु ले पाछे पावे एक बस कारण बिखोट गवावे। खोट होंदा है भैड़ी खोटी, बिखोट बिना खोटी वाली, बिना खोटी वाली ऑनेस्ट होंदी है, चंगी मत गवा लैना। एक बस सतगुर की मत लैंदा नहीं, बिखोट गवावे, ईमानदारी की मत गवा लैंदा है, डिसीटफुल वाली ले लैना। खोट बिना वाली मत जिहड़ी सी वो गवा लैंदा ते खोट वाली लैंदा। एक बस कारण, वो एक बस है, चीज़ नहीं है कोई। सतगुर की मत, सतगुर की मत तू लैंदा नहीं, एक बस कारण बिखोट गवावे एक भी ना दे। जे अपने इस मन नू सतगुर की मत की वस्त जे नहीं देगा ना, फिर ये 10 तेरे को तंग करेंगे, 10 भी हिरलें। ये 10 क्या होता है, रावण के 10 सिर थे, ये तेरी सीता जरूर चुराएंगे। एक भी ना दे 10 भी हिरलें तो मूड़ा को क्या करे। ਇਹਦਾ मतलब ਤੈਨੂੰ ਇਹਨਾਂ ਦੀ ਰਹਿਤ समझ आएगी नहीं, क्योंकि अंदरों तंग किया जा रहा है। अंदरों जिस मन नू सतगुर की मत देनी सी, जिन्होंने अंदर की ना गल समझ आए, और डिपेंड करते हैं पति ते, पत्नी ते, माँ प्यो ते, बच्चियां ते। एक दूजे नाल शिकायत होती है, तुसी मेरे लिए नहीं किया, ऐ नहीं किया, दिन रात मन मटाव रहता है। क्यों? क्योंकि अंदर की रहत समझ ही नहीं आई है। अंदर की रहत समझ आ जाए, अंदर नाल प्यार पै जाता है, तो यह इंद्रे ज्ञान इंद्रे का किसी नाल कोई लागातागी नहीं रहती है। अंदरों अपने रब जी नाल मेल मिलाप होता है। ये अंदर की रहत समझ आ जाए। उपाव सियानप सगल ते रहत, सब किछ जाने आत्म की रहत। पर जे ना समझ आए तो उन्होंने कहते रहत अवर कछ अवर कमावत, मन ही प्रीत मुखों गंढ लावत। एवं गल्लां करना मूँह तो, मन तो ठीक नहीं है तेरा, अंदर की रहत तेन समझ नहीं आती, बाहरले ते पेख तू बड़े बनाना है। सो कहते ने जेकर तू अंदर की रहत सीखे, सो शास्त्र का मतलब होया आत्मक अनुशासन समझाण वाली मत की सोर्स। वो दिया कर, लिया कर, सुनन दे नाल वो प्राप्त होती है, सिमरती विच हमेशा रहिंदी है। वेद हुंदा है अंदर की गल, अंदर का ज्ञान। गुर ईश्वर, गुरु गोरख ब्रह्मा, गुर पार्वती माई, अंदर का ज्ञान प्राप्त हो जाना, उन्होंने दृढ़ करना। पहली लाम रब जी दे नाल मिलाप करना चाहता, पहली लाम शुरू होएगी कि हर पहलड़ी लाम प्रवृत्ति करम दृढ़ाया बलराम जीओ। हुण दसदे ने अगली गल की होंदा है, बाणी निज करदी, बाणी ब्रह्मा नवा जीवन शुरू होया, वेद अंदर की गल, अंदर दा सुनिया, धर्म दृढ़ो भैड़े ख्याल पाप तजाया,
बल राम जी, वो सतगुर की मत का बल लिया तो रब्बी मिलन की पहली स्टेज बन गई, पहली लाभ बन गई। ਇਹਦਾ मतलब अंदर मेरे वेद है। जे मैं अंदर की गल सुना, सतगुर की गल सुना, उसनूं वेद कहते हैं। सतगुर की गल नूं याद रखा, उन्होंने सिमरती कहते हैं। सतगुर की गल का अंदरों मैं अनुशासन सीखा, आत्म की रहत सीखा, पंच भू आत्मा वस करे सीखा, इनू शास्त्र कहते हैं। ये प्राप्त होंदा सतगुर की मत नहीं, विरले मन दे सुरत अते सिमरती च प्राप्त ज्ञान ही शास्त्र सिमरत अते वेद हुंदे हन। ऐस पर गुरु नानक साहब जपजी साहब भी सिखा रहे हैं, समझा रहे हैं। किसी बाहरले किसी धर्म के किसी चीज़ की कोई गल नहीं कर रहे हैं, अंदर की गल चल रही है। कि जिहड़ा कुड़ियार तो सचियार बनना चाहता सी, फायदा की होंदा है? नानक भगतां सदा विगास। विगास का मतलब खेड़े विच रहिंदा है। खेड़ा डज नॉट मीन बत्ती इंज कट के रखता है। खेड़ा मतलब रजा विच रहिंदा है। जब कछ पावत तब गर्व करता है, माया गई तो रोवन लगता है। नहीं, इंज नहीं करता, बैलेंस्ड रहता है। बैलेंस्ड रहना विगास, खेड़े की अवस्था, रजा विच। नानक भगतां सदा विगास। जदों असीं जपजी कर रहे सां, सानूं नानक पद दे अर्थ समझण च स्वाद आया। नानक का मतलब होंदा अद्वैत रूप की अवस्था। जदों अद्वैत रूप विच हुंदे आ ਤਾਂ मेरा मन जदों सुनता है वो लैना चाहता है। लहना प्रभ तुम ते लहना, तू मेरा गहना। गहना होंदा है ऑर्नामेंट्स, श्रृंगार करना। श्रृंगार नूं अंगत कहते हैं। अंगत दे अर्थ होंदा श्रृंगार करना। अते ये अवस्था अगे चल के बनती है जदों मैं सच की संगत विच रहिंदा हाँ अते अमर अवस्था प्राप्त करदा, नम्रता विच रहिंदा, अमर दास। अते जदों मैं ये अवस्था विच रवां तां मैं सच की संगत के सरोवर विच रामदास सरोवर नाते। अते तां की हुंदा है, निज घर चों बाणी की जिहड़ी आवाज़ आती है, धुर की बाणी आई तिन सगली चिंत मिटाई। चिंता गई, उन्होंने असीं पढ़िया सी, अमृत बाणी हर हर तेरी, अमृत बाणी हर हर तेरी। सुन सुन होवे परम गत एरी, सुन सुन होवे परम गत मेरी। जलन बुझी शीतल होए मनुआ, जलन बुझी शीतल सतगुर का दर्शन पाए जियो, सतगुर का दर्शन पाए जियो। अमृत बाणी हर हर तेरी, अमृत बाणी हर हर तेरी। सुन सुन होवे परमगत मेरी। जो जो मैं अंदर की गल सुनी ये परमगत होई जा रही है। पहलियां दो पौड़ियां सुनिया दिया हो गई और परमगत होई जा रही है। होण दे नाल मैनूं की प्राप्त होंदा? तेरी बाणी सुनन दे नाल, निज घर दी आवाज़ सुनन दे नाल जलन बुझी विगास। सड़दा सी ते विगास नहीं सी। किसी नाल भी रत्ती मात्र भी नफरत आए त्यूड़ी चढ़ जाती है, बाहरों भावें नज़र ना आए।
बाहरों मैं बड़ा इस तरह मुंह बना के हिपोक्रेसी नाल शो करदा हाँ, आई डोंट हेट यू, पर अंदरों हेट करदा, अंदरों तो अपसैट होवांगा ना। रत्ती मात्र भी किसी नाल नफरत वितकरा आवे, असी अंदरों वो जलन जलन बुझी, शीतल होए मनुआ, छाती शीतल मन सुखी, बिनसी दुतिया सोच। नानक भगता सदा विगास। जलन बुझी शीतल होए मनुआ, सतगुर का दर्शन पाए जियो। दर्शन पाए जियो मीन्स देखा नहीं अखा नाल, दर्शन पाए जियो मीन्स सतगुर दी मत प्राप्त हो गई। दर्शन मन दियां अखा ने देख के समझ लिया और सुरत मत विच बिठा लिया। अद्वैत अवस्था विच नानक बात तो असीं छुए सी, अद्वैत अवस्था विच नानक जी आखदे हन कि विरला बनन वाले मन सतगुर दी मत नूं सुण के अपने सारे जग रूपी ख्यालां च सुरत मत बन बुद्ध रोम रोम विच रब्बी रज़ा दा अनुसार जी के खेड़ा महसूस करन योग हो जाता है। ਇਹਦੇ ਨਾਲ ਉਸ ਨੂੰ ਫਾਇਦਾ ਕੀ ਹੁੰਦਾ ਹੈ? ਸੁਣਿਆ ਦੁੱਖ ਪਾਪ का नाश। इस तरह विरले मन ਨੂੰ दृढ़ हो जाता है कि अवगुणी ख्यालों तो पाप तो खलासी हो जाती है, रब्बी विछोड़े का दुख मुक जाता है, भाव विकारी ख्याल उपजते नहीं ने।